गुरु गोबिंद गोपाल गुर गुरपूरन नारायण है। गुरदयाल समरथ गुर गुरु नानक पतत उदाहरण है। अगम अगाध पार ब्रह्म सोए जो जो कहे सो मुक्ता होए। सुन मीता नानक बिनवंता साधु जना की अचरज कथा। चवर छतर तखत दे मालक साहिब श्री गुरु ग्रंथ साहिब सच्चे पातशाह जी दे पावन चरनां दे विच सुभाएमान गुरु प्यारी खालसा साध संगत जी, आप सरबत संगतां इत्थे महापुरुष तत्वे ते महात्मा संत बाबा चरणदास जी जो उदासीन संप्रदाय दे बगीचे दे बड़े प्रफुल्लत फुल सन, तिन्हां दे निमित्त रखे गए महान गुरमत समागमां विच शिरकत कर रहे हो। दीन दुनिया दे मालक गुरु नानक देव साहिब सच्चे पातशाह जी दे लखते जिगर बाबा श्री चंद जी महाराज, तिन्हां दी ये महान संप्रदाय है और उदासीन संप्रदाय दे अनेकां ही सतपुरुष आप संगत दे अंदर शिरकत कर रहे ने। हर साल दी तरह महंत महात्मा मुनि जी ये महान उपराला करते ने सिख जगत की फुलवाड़ी नूं प्रफुल्लित करन दे लई गुरमत समागमां दा। जिथे सिख जगत दीयां महान हस्तियां आप संगत दे सन्मुख गुरमत विचारां रखदियां ने, जिन्हां दे विचों बड़े ही सत्कारयोग सिंह साहिब ज्ञानी इकबाल सिंह जी तख्त श्री पटना साहिब वाले, जिन्हां ने गुरु नानक पातशाह की अगम्मी वडियाई नूं आप संगत दे नाल साझा कीता है, उदासीन संप्रदाय बाबत दसना कीता है। सिख जगत का यह सिद्धांत है भी परमेश्वर अते गुरु नानक साहब दसों पातशाहियां दी उन्हां दे तुल कोई नहीं। गुरु ग्रंथ साहिब पातशाह दे पाक बोल ने जोत रूप हर आप गुरु नानक कहायो ताते अंगद भयो तत स्यों तत मिलायो। गुरु नानक परमेश्वर का स्वरूप ने और गुरु की बाणी दे अंदर परमात्मा अते गुरु तो बाद फिर संत अते शहीद की वडियाई है। ये महान संतां दी याद विच आपां इत्थे इकत्तर होए आ। ऐसे महापुरुषां बाबत बाणी दे बोल ने हर का संत हर की हर मूरत जिस हिरदय हर नाम मुरार। जिहदे जहन विच परमेश्वर दा नाम टिकिया है ना, कहंदे उस नाम दा ही वो रूप हो जाता है संत। जन फारसी का लफज है, इस्त्री नूं कहंदे ने सुहागण नूं। संत रब दियां सुहागणा हुंदे ने। संस्कृत विच जन
ਮਹਾਤਮਾ ਨੂੰ ਮਹਾਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ। ਕਹਿੰਦੇ ਪਰਮਾਤਮਾ ਦੇ ਗੀਤ ਗਾਉਣ ਵਾਲਾ ਉਹਦੀ ਮੂਰਤ ਹੋ ਨਿਬੜਦਾ ਹੈ। ਮਸਤਕ ਭਾਗ ਹੋਵੇ ਜਿਸ ਲਿਖਿਆ, ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ। ਵੱਡਿਆਂ ਭਾਗਾਂ ਵਾਲੇ ਨੇ ਉਹ ਜਿਹੜੇ ਗੁਰੂ ਦੀ ਮੱਤ ਤੇ ਚੱਲ ਕੇ ਇਹ ਮਹਾਨ ਮਰਾਤਬੇ ਨੂੰ ਹਾਸਲ ਕਰਦੇ ਨੇ, ਸੰਤ ਹੋ ਨਿਬੜਦੇ ਨੇ, ਮਹਾਪੁਰਸ਼ ਹੋ ਨਿਬੜਦੇ ਨੇ। ਅੱਛਾ, ਚੱਲਣਾ ਗੁਰੂ ਦੀ ਮਰਿਆਦਾ ਵਿੱਚ ਪੈਂਦਾ ਹੈ, ਗੁਰੂ ਦੇ ਹੁਕਮ ਵਿੱਚ ਪੈਂਦਾ ਹੈ, ਫਿਰ ਇਹ ਤਖਤ ਮਾਣ ਸਕਦੇ ਨੇ ਮਹਾਪੁਰਸ਼ਾਂ ਵਾਲਾ। ਬਕਾ ਉੱਲਾਹ ਬਕਾ ਇੱਕ ਸ਼ਾਇਰ ਹੈ ਬੜਾ ਤਕੜਾ, ਅਲਫਾਜ਼ ਨੇ ਉਹਦੇ, ਕਹਿੰਦਾ ਆਪਣੀ ਮਰਜ਼ੀ ਤੋਂ ਇਹ ਹੈ, ਮੰਦਾ ਏ ਬੁੱਤ ਹੋ ਰਹੀ ਹੈ, ਆਗੇ ਮਰਜ਼ੀ ਹੈ ਖੁਦਾ ਕੀ, ਸੋ ਖੁਦਾ ਹੀ ਜਾਣੇ। ਕਹਿੰਦੇ ਜੀਵਨ ਮਿਲਿਆ ਹੈ ਤੇ ਰੱਬ ਦੇ ਦਰ ਦਾ ਬੰਦਾ ਬਣ ਕੇ ਰਹਿ। ਬੰਦਾ ਗੁਲਾਮ ਨੂੰ ਕਹਿੰਦੇ ਨੇ ਫਾਰਸੀ ਵਿੱਚ। ਪਰਮਾਤਮਾ ਦੇ ਦਰ ਦਾ ਗੁਲਾਮ ਹੋ ਜਾ, ਜਿਹਨੂੰ ਬਾਬਾ ਗੁਰਦਾਸ ਜੀ ਨੇ ਕਿਹਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਗੱਲਾਂ ਨਾਲ ਸੇਵਕ ਨਹੀਂ ਬਣਿਆ ਜਾਂਦਾ, ਕਹਿੰਦੇ ਮੁਰਦੇ ਵਰਗੇ ਹੋਣਾ ਪੈਂਦਾ ਹੈ ਮੁਰਸ਼ਦ ਦੇ ਦਰ ਅੱਗੇ। ਮੁਰਦੇ ਵਿੱਚ ਮੈਂ ਨਹੀਂ ਹੁੰਦੀ, ਜਿੱਧਰ ਨੂੰ ਮਰਜੀ ਉਹਨੂੰ ਧੂਈ ਫਿਰੋ, ਕੋਈ ਗਿਲਾ ਸ਼ਿਕਵਾ ਨਹੀਂ ਕਰਦਾ ਮੁਰਦਾ। ਇਉਂ ਕਹਿੰਦੇ ਗੁਰੂ ਦੇ ਹੋਣਾ ਪੈਂਦਾ ਹੈ, ਮੁਰਸ਼ਦ ਦੇ ਹੋਣਾ ਪੈਂਦਾ ਹੈ। ਇਹਨੂੰ ਬਾਣੀ ਨੇ ਕਿਹਾ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਸੰਤੋ ਅਖਵਾਏਗਾ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਿਆ ਹੈ, ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਗੁਰੂ ਦੇ ਬਚਨ ਵਿੱਚ ਚੱਲੇਗਾ, ਇਤਨੀ ਅਜ਼ਮਤ ਦਾ ਮਾਲਕ ਹੋ ਜਾਵੇਗਾ, ਮਨ ਦੀ ਚਿਤਵਨੀ ਪੂਰੀ ਹੋ ਜਾਇਆ ਕਰੇਗੀ। ਜੋ ਲੋੜੇਗਾ ਉਹੀ ਦੁਨੀਆ ਤੇ ਹੋਵੇਗਾ। ਤਾਂ ਦਰਗਾਹ ਪੈਦਾ ਜਾਏ ਸੀ ਅਜ਼ਮਤ ਦੇ ਨਾਲ ਨਾਲ, ਵਡਿਆਈ ਦੇ ਨਾਲ ਨਾਲ ਦਰਗਾਹ ਦੇ ਵਿੱਚ ਵੀ ਸਰੋਪਿਆਂ ਦਾ ਉਹ ਹੱਕਦਾਰ ਹੋ ਨਿਬੜਦਾ ਹੈ। ਦਰਗਾਹ ਦੇ ਵਿੱਚ ਵੀ ਉਹਦੀ ਜੈ ਜੈਕਾਰ ਹੁੰਦੀ ਹੈ। ਤੇ ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਕਹਿੰਦੇ ਮਨ ਮੁਖ ਭੌਜਲ ਪਚ ਮੁਏ, ਗੁਰਮੁਖ ਤਰੇ ਅਥਾਹੋ। ਮਨਮੁਖ ਡੁੱਬ ਜਾਂਦੇ ਨੇ, ਗੁਰਮੁਖ ਪਾਰ ਲੱਗ ਜਾਂਦੇ ਨੇ। ਸੋ ਇਹ ਗੁਰੂ ਦੀ ਸ਼ਰਨ ਆਇਆਂ ਦੀ ਵਡਿਆਈ ਹੈ। ਗੁਰੂ ਹੀ ਐਸੇ ਮਹਾਨ ਰੁਤਬੇ ਬਖਸ਼ਦਾ ਹੈ, ਗੁਰੂ ਹੀ ਸੰਤਾਂ ਦੀ ਵਡਿਆਈ ਕਰਵਾਉਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ, ਗੁਰੂ ਦੀ ਕਿਰਪਾ ਤੋਂ ਬਿਨਾਂ ਖੇਡ ਨਹੀਂ ਚੱਲਦੀ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਕੀ ਅੰਸ਼ ਹੋਏ ਨੇ। ਖੁਦ ਖੁਦਾ ਗੁਰੂ ਨਾਨਕ ਦਾ ਲਹੂ ਬਾਬਾ ਸ਼੍ਰੀ ਚੰਦ ਦੀਆਂ ਰਗਾਂ 'ਚ ਵਗਦਾ ਰਿਹਾ ਹੈ, ਪਰ ਫੇਰ ਵੀ ਇਹ ਕਦੇ ਮਾਣ ਨਹੀਂ ਕੀਤਾ। ਜਾਣਦੇ ਨੇ ਜਿੰਨਾ ਚਿਰ ਮਨੁੱਖੀ ਜਾਮੇ ਦੇ ਅੰਦਰ ਗੁਰੂ ਨੂੰ ਧਾਰਾਂਗੇ ਨਹੀਂ, ਨਿਜਾਤ ਨਹੀਂ ਮਿਲੇਗੀ। ਗੁਰੂ ਨਾਨਕ ਸਾਹਿਬ ਨੂੰ ਮੁਰਸ਼ਦ ਧਾਰਿਆ ਉਹਨਾਂ। ਭਾਈ ਨੰਦ ਲਾਲ ਕਹਿੰਦੇ ਨੇ, ਤੇਰੀ ਹਸਤੀ ਕੋਈ ਵੀ ਹੈ, ਤੇਰਾ ਪਰਿਵਾਰ ਕੋਈ ਵੀ ਹੈ, ਤੇਰੀਆਂ ਰਗਾਂ ਵਿੱਚ ਭਾਵੇਂ ਕਿਸੇ ਰਹਿਬਰ ਦਾ ਲਹੂ ਦੌੜਦਾ ਹੈ, ਗੁਰੂ ਧਾਰਨਾ ਪਵੇਗਾ। ਬਾ ਹਿਜ਼ਰ ਆਸ਼ਨਾ ਸ਼ੌਗਰ ਤਾਲਬੇ ਵਿਸਾਲੀ, ਰਹਿ ਕੇ ਬਰੀ ਬਾ ਮੰਜ਼ਿਲ, ਤਾਂ ਰਹਿਬਰ ਨਾ ਬਾਸ਼ਦ। ਉਹ ਫਾਰਸੀ ਵਿੱਚ ਮਹਾਪੁਰਸ਼ ਕਹਿੰਦੇ ਨੇ, ਅਗਰ ਤੂੰ ਚਾਹੁੰਦਾ ਹੈ ਪ੍ਰਭੂ ਦਾ ਮਿਲਾਪ ਹੋਵੇ, ਤੂੰ ਲੋੜਵੰਦ ਹੈ ਰੱਬ ਦੇ ਮਿਲਾਪ ਦਾ, ਤੇ ਕਹਿੰਦੇ ਇਹ ਜ਼ਿਹਨ ਵਿੱਚ ਟਿਕਾ ਲੈ, ਜਿੰਨਾ ਚਿਰ ਰਹਿਬਰ ਨਹੀਂ ਧਾਰੇਗਾ, ਮੰਜ਼ਿਲ ਦਿਖਾਉਣ ਵਾਲਾ ਤੇਰੇ ਕੋਲ ਨਹੀਂ ਹੋਵੇਗਾ, ਆਗੂ ਨਹੀਂ ਚੁਣੇਗਾ, ਮੰਜ਼ਿਲ ਤੇ ਪਹੁੰਚ ਨਹੀਂ ਪਾਵੇਂਗਾ। ਗੁਰੂ ਧਾਰਨਾ ਪੈਂਦਾ ਹੈ। ਔਰ ਜਿਹੜੇ ਗੁਰੂ ਨਾਨਕ ਦੇ ਦਰ ਦੇ ਹੋ ਨਿਬੜਦੇ ਨੇ, ਬਾਣੀ ਕਹਿੰਦੀ ਹੈ, ਨਾਨਕ ਜਨ ਸੰਗ ਕੇਤੇ ਧਰੇ। ਉਹ ਆਪ ਤੇ ਮੁਕਤ ਹੁੰਦੇ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਲੱਖਾਂ ਮੁਕਤ ਹੋ ਜਾਂਦੇ ਨੇ।
ਗੁਰੂ ਨਾਨਕ ਸਾਹਿਬ ਦੀ ਸੰਗਤ ਬਾਬਾ ਸ਼੍ਰੀ ਚੰਦ ਜੀ ਨੇ ਕੀਤੀ, ਤੇ ਜਿਨ੍ਹਾਂ ਨੇ ਸ਼੍ਰੀ ਚੰਦ ਮਹਾਰਾਜ ਦੀ ਸੰਗਤ ਕੀਤੀ ਉਹ ਵੀ ਲੱਖਾਂ ਤਰ ਗਏ। ਔਰ ਬਾਬਾ ਸ਼੍ਰੀ ਚੰਦ ਜੀ ਦੀ ਫੁਲਵਾੜੀ ਦੇ ਜਿਹੜੇ ਮਹਾਤਮਾ ਹੋਏ, ਜਿਹੜੇ ਗੁਰਮਤ ਦੇ ਧਾਰਨੀ ਹੋਏ, ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ, ਰੱਬ ਦੇ ਗੀਤ ਗਾਏ, ਗੁਰੂ ਨਾਨਕ ਦੀ ਸਿੱਖੀ ਨੂੰ ਧਾਰਿਆ, ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲੇ ਵੀ ਇਤਨੇ ਕੁ ਤਰ ਗਏ ਔਰ ਤਰਨਗੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਬਾਣੀ ਦਾ ਫੁਰਮਾਨ ਹੈ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਵਹਿ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਮਹਾਰਾਜ ਕਹਿੰਦੇ ਆਵਹਿ ਨਾ ਜਾਹੇ, ਇਹ ਸਾਨੂੰ ਇਉਂ ਜਾਪਦਾ ਹੈ ਵੀ ਕੋਈ ਮਹਾਂਪੁਰਸ਼ ਆ ਰਿਹਾ ਹੈ, ਕੋਈ ਦੁਨੀਆ ਤੋਂ ਉਮਰਾਂ ਭੋਗ ਕੇ ਜਾ ਰਿਹਾ ਹੈ। ਕਹਿੰਦੇ ਨਹੀਂ, ਉਹ ਸਦਾ ਥਿਰ ਨੇ। ਸਰੀਰ ਮਿੱਟੀ ਹੈ, ਪ੍ਰਗਟ ਹੁੰਦਾ ਮਿਟ ਜਾਂਦਾ। ਮਹਾਂਪੁਰਸ਼ ਅਮਰਾ ਪਦ ਦੇ ਮਾਲਕ ਹੁੰਦੇ ਨੇ। ਗੁਰੂ ਨਾਨਕ ਦੇ ਚਰਨਾਂ ਨਾਲ ਲੱਗਣ ਵਾਲੇ ਨਾਮ ਕਰਕੇ ਕਦੇ ਨਹੀਂ ਮਿਟਦੇ, ਉਹਨਾਂ ਦਾ ਨਾਮਣਾ ਸਦਾ ਲਈ ਰਹਿ ਜਾਂਦਾ ਹੈ। ਪਾਰ ਬ੍ਰਹਮ ਸੰਗਾਰੀ ਰੇ, ਪਰਮੇਸ਼ਵਰ ਦੀ ਸੰਗਤ ਵਿੱਚ ਰਹਿਣ ਵਾਲੇ ਨੇ, ਪਰਮਾਤਮਾ ਨੂੰ ਜ਼ਿਹਨ ਵਿੱਚ ਸਦਾ ਟਿਕਾਉਣ ਵਾਲੇ ਨੇ। ਇਹ ਸੰਤ ਦੀ ਨਿਸ਼ਾਨੀ ਹੈ। ਕਹਿੰਦੇ ਉਹਦੇ ਹਿਰਦੇ ਵਿੱਚ ਇੱਕ ਅਕਾਲ ਪੁਰਖ ਗੁਰੂ ਨਾਨਕ ਤੋਂ ਲਹਿਦਾ ਦਵੈਸ਼ ਦੂਜਾ ਕੁਝ ਨਹੀਂ ਹੁੰਦਾ। ਜਿਹੜੀ ਸਾਡੀ ਹਾਲਤ ਹੈ ਨਾ, ਉਹ ਵੀ ਬਾਣੀ ਨੇ ਦੱਸੀ ਹੈ। ਮਨ ਮਾਇਆ ਮੈਂ ਰਮ ਰਹਿਓ, ਨਿਕਸਿਤ ਨਾਹਿਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾਡਤ ਨਾਹਨ ਭੀਤ। ਦੁਨਿਆਵੀ ਬੰਦੇ ਦੀ ਅਵਸਥਾ ਬਿਆਨ ਕੀਤੀ ਹੈ। ਹੁਣ ਕੰਧ ਦੇ ਉੱਤੇ ਕੋਈ ਫੋਟੋ ਵਗੀ ਹੋਵੇ ਨਾ, ਚਿੱਤਰਕਾਰੀ ਹੋਈ ਹੋਵੇ, ਤੇ ਉਹ ਕੰਧ ਦਾ ਸਾਥ ਛੱਡਣ ਲਈ ਚਿੱਤਰ ਤਿਆਰ ਨਹੀਂ ਹੁੰਦਾ। ਕੰਧ ਮਿਟ ਸਕਦੀ ਹੈ, ਚਿੱਤਰ ਸਾਥ ਨਹੀਂ ਉਹਦਾ ਛੱਡਦਾ। ਜਦੋਂ ਪੱਕੇ ਰੰਗ ਨਾਲ ਚਿੱਤਰ ਵਾਹ ਦੇਈਦਾ ਹੈ। ਸਰੀਰ ਸਾਡਾ ਮਿਟ ਜਾਂਦਾ, ਪਰ ਮਾਇਆ ਰੂਪੀ ਚਿੱਤਰ ਸਾਡਾ ਖਹਿੜਾ ਨਹੀਂ ਛੱਡਦਾ ਜੀਵਨ ਭਰ। ਮਹਾਰਾਜ ਸਾਨੂੰ ਸਮਝਾਉਂਦੇ ਨੇ, ਜਿਵੇਂ ਮੂਰਤੀ ਨੂੰ ਕੰਧ ਨਹੀਂ ਤਿਆਗਦੀ ਤੇ ਕੰਧ ਨੂੰ ਮੂਰਤ ਨਹੀਂ ਤਿਆਗਦੀ, ਮਾਇਆ ਨਾਲ ਸਾਡਾ ਐਸਾ ਮੋਹ ਹੈ। ਦੂਸਰਾ ਪੱਖ ਮਹਾਂਪੁਰਸ਼ਾਂ ਦਾ ਹੈ। ਕਹਿੰਦੇ ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਇੱਕੋ ਮਹਾਂਪੁਰਸ਼ ਨੇ ਜਿਹਨੇ ਮਾਇਆ ਦੇ ਚਿੱਤਰ ਨੂੰ ਛੱਡਿਆ ਹੋਇਆ ਹੈ, ਜਿਹੜਾ ਮਾਇਆ ਤੋਂ ਨਿਰਲੇਪ ਹੈ, ਮਮਤਾ ਨੂੰ ਛੱਡ ਦਿੱਤਾ ਹੈ, ਅਹੰਕਾਰ ਛੱਡਿਆ ਹੈ, ਲੋਭ ਛੱਡਿਆ ਹੈ, ਵਾਸ਼ਨਾ ਛੱਡੀ ਹੋਈ ਹੈ। ਕਹਿੰਦੇ ਫਿਰ ਜਿਹੜੇ ਐਸੇ ਮਹਾਂਪੁਰਸ਼ ਦੇ ਸੰਗੀ ਹੁੰਦੇ ਨੇ, ਉਹ ਸਾਧੂ ਦੇ ਸੰਤ ਦੇ ਨਾਲ ਹੀ ਤਰ ਜਾਂਦੇ ਨੇ, ਰੋਗਾਂ ਤੋਂ ਸੋਗਾਂ ਤੋਂ। ਬਾਬਾ ਚਰਨਦਾਸ ਜੀ ਦੇ ਇਸ ਮਹਾਨ ਜੋੜ ਮੇਲੇ ਤੇ ਤੁਹਾਡਾ ਹਜ਼ਾਰਾਂ ਦਾ ਇਕੱਠ ਹੈ। ਇਹ ਉਹਨਾਂ ਦੀ ਇਬਾਦਤ ਹੈ, ਬੰਦਗੀ ਹੈ, ਜਿਸ ਕਾਰਨ ਤੁਸੀਂ ਇੱਥੇ ਆਉਂਦੇ ਹੋ। ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਕਿਉਂਕਿ ਗੁਰੂ ਪਰਮੇਸ਼ਰ ਸਾਧਾਂ ਦੀ ਸੁਣਦਾ ਬੜੀ ਨੇੜੇ ਹੋ ਕੇ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਸਾਧੂ ਸੰਤ ਗੁਰੂ ਰਹਿਬਰ ਅਕਾਲ ਪੁਰਖ ਨੂੰ ਜੋ ਬਚਨ ਕਰ ਦੇਣ ਉਹ ਝਟ ਪਾਰ ਹੋ ਜਾਂਦਾ ਹੈ। ਇਹ ਮਹਾਂਪੁਰਸ਼ਾਂ ਦੀ ਕਮਾਈ ਬੋਲਦੀ ਹੈ, ਔਰ ਇਹ ਸੁਚੇਤ ਹੁੰਦੀ ਹੈ। ਲੋਕਾਈ ਵੀ ਸਾਧੂਆਂ ਦੀ ਸੰਗਤ ਵਾਲਾ ਨਿਜ਼ਾਤ ਪਾਉਂਦਾ ਹੈ, ਤਾਂ ਹੀ ਸਾਧੂਆਂ ਦੇ ਦਰ ਤੇ ਭੀੜ ਉਮੜਦੀ ਹੈ, ਇਕੱਠ ਹੁੰਦੇ ਨੇ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਔਰ ਐਸੀਆਂ ਮੁਕਤ ਰੂਹਾਂ ਜੋ ਪਰਉਪਕਾਰ ਹਿਤ ਦੁਨੀਆ ਤੇ ਆਉਂਦੀਆਂ ਨੇ, ਉਹ ਆਪ ਮੁਕਤ ਨੇ, ਉਹਨਾਂ ਦੇ ਸੰਗੀ ਵੀ ਮੁਕਤ ਹੁੰਦੇ ਨੇ। ਇੱਕ ਇੰਗਲਿਸ਼ ਦਾ ਟੀਕਾਕਾਰ ਲਿਖਦਾ ਹੈ, ਇਹ ਮੈਂ ਤਾਂ ਤੁਹਾਡੇ ਨਾਲ ਸਾਂਝ ਪਾਵਾਂ। ਕਈ ਵਾਰ ਇਹ ਤਰਕ ਹੁੰਦਾ, ਲੈ ਮੰਨ ਲਿਆ ਵੀ ਇੱਕ ਸਾਧ ਨੇ ਬੰਦਗੀ ਕੀਤੀ ਹੈ, ਦੂਜਿਆਂ ਨੂੰ ਕਿੱਦਾਂ ਨਾਲ ਤਾਰ ਸਕਦਾ ਹੈ। ਇਹ ਸੰਪਰਦਾਈ ਵਿਦਵਾਨ ਭਾਵਨਾ ਵਿੱਚ ਵਹਿ ਕੇ ਵਧਾ ਚੜਾ ਕੇ ਕਥਾ ਕਰਦੇ ਨੇ, ਇਹ ਕਟਾਸ਼ ਕੀਤਾ ਜਾਂਦਾ ਹੈ। ਆਪਾਂ ਇੱਕ ਇੰਗਲਿਸ਼ ਦੇ ਟੀਕਾਕਾਰ ਤੋਂ ਹੀ ਪੁੱਛਦੇ ਹਾਂ ਵੀ ਐਸੇ ਸਾਧ ਜਿਹੜੇ ਮੁਕਤ ਨੇ, ਕੀ ਇਸ ਅਜ਼ਮਤ ਦੇ ਮਾਲਕ ਨੇ ਵੀ ਹੋਰਾਂ ਨੂੰ ਵੀ ਮੁਕਤ ਕਰ ਸਕਦੇ ਨੇ? ਤੋ ਇਸ ਪਾਕ ਅਲਫਾਜ਼ ਦੇ ਬਾਣੀ ਦੇ ਅਰਥ ਉਹ ਕਰਦੇ ਨੇ
द सेंट ही हिमसैल्फ इज लिबरेटेड, संत आप मुक्त है। ਜਿਹੜਾ ਉਹਦਾ ਸੰਗੀ ਹੋਵੇਗਾ, ਐਂਡ ਹੀ ਲਿਬਰੇਟਸ ਦਾ ਯੂਨੀਵਰਸ, ਇਸ ਬ੍ਰਹਿਮੰਡ ਅੰਦਰ ਜਿਹੜਾ ਉਹਦੀ ਸੰਗਤ ਕਰੇਗਾ ਉਹ ਰੋਗਾਂ ਸੋਗਾਂ ਤੋਂ, ਭਵਸਾਗਰ ਤੋਂ ਤਾਰੀ ਲਾ ਜਾਵੇਗਾ, ਤਰ ਜਾਵੇਗਾ। ਇੱਕ ਉਦਾਹਰਣ ਤੁਹਾਨੂੰ ਦਵਾਂ ਵੀ ਇੱਕ ਤਰਾਕ ਹੁੰਦਾ ਹੈ, ਉਹ ਦਰਿਆਓਂ ਪਾਰ ਲੰਘ ਜਾਂਦਾ ਹੈ, ਪਰ ਕਾਬਲੀਅਤ ਇਤਨੀ ਨਹੀਂ ਹੈ ਵੀ 2-4 ਸੰਗੀਆਂ ਨੂੰ ਪਾਰ ਲੈ ਜਾਵੇ। ਜੇ 2-4 ਉਹਨੂੰ ਚੰਬੜ ਗਏ ਤੇ ਉਹਨੂੰ ਵੀ ਨਾਲ ਲੈ ਬਹਿੰਦੇ ਨੇ, ਤਰਾਕ ਵੀ ਡੁੱਬ ਜਾਂਦਾ ਹੈ। ਇੱਕ ਉਹ ਹੈ ਜਿਹਨੂੰ ਤਰਨਾ ਹੀ ਨਹੀਂ ਆਉਂਦਾ, ਉਹਦਾ ਤੇ ਖੁਰਾ ਖੋਜ ਮਿਟਣਾ ਹੀ ਮਿਟਣਾ ਹੈ। ਸੰਸਾਰੀ ਆਮ ਲੋਕ ਸੰਸਾਰ ਸਾਗਰ ਨੂੰ ਜੋ ਤਰ ਨਹੀਂ ਪਾਉਂਦੇ, ਵਿਕਾਰਾਂ ਦੀਆਂ ਛੱਲਾਂ 'ਚ ਡੁੱਬ ਗਏ। ਇੱਕ ਉਹ ਨੇ ਜਿਨ੍ਹਾਂ ਇੰਨਾ ਕੁ ਅਭਿਆਸ ਕਰ ਲਿਆ, ਉਹਨਾਂ ਨੂੰ ਆਪ ਨੂੰ ਤਰਨਾ ਆ ਗਿਆ। ਇੱਕ ਉਹ ਨੇ ਜਿਹੜੇ ਮਲਾਹ ਹੋ ਨਿਬੜੇ, ਆਪ ਤੇ ਨਜ਼ਾਤ ਪਾਉਣਗੇ ਹੀ, ਬੇੜੀ ਦੇ ਮਲਾਹ ਦੀ ਨਿਆਈ ਪੂਰ ਦਾ ਪੂਰ ਹੀ ਬੰਨੇ ਲੈ ਜਾਣਗੇ। ਮਹਾਪੁਰਸ਼ਾਂ ਦੀ ਇਹ ਮਹਾਨਤਾ ਹੈ, ਆਪ ਤੇ ਪਾਰ ਲੱਗਦੇ ਹੀ ਨੇ, ਸੰਗੀ ਸਾਥੀ ਵੀ ਉਹਨਾਂ ਦੇ ਨਜ਼ਾਤ ਹਾਸਲ ਕਰਦੇ ਨੇ, ਮੁਕਤੀ ਹਾਸਲ ਕਰਦੇ ਨੇ। ਔਰ ਐਸਿਆਂ ਮਹਾਪੁਰਸ਼ਾਂ ਨੂੰ ਸਦਾ ਨਮਸਕਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਨਮਸਕਾਰਾਂ ਹੀ ਹੁੰਦੀਆਂ ਨੇ। ਉਹਨਾਂ ਦੀ ਸਦਾ ਵਡਿਆਈ ਹੀ ਦੁਨੀਆ ਦੇ ਉੱਤੇ ਰਹਿੰਦੀ ਹੈ। ਮੈਂ ਇੱਕ ਮਹਾਪੁਰਸ਼ ਦਾ ਤੁਹਾਡੇ ਨਾਲ ਰੰਚਕ ਮਾਤਰ ਜੀਵਨ ਸਾਂਝਾ ਕਰਾਂ। ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਗੁਰੂ ਨਾਨਕ ਸਾਹਿਬ ਸਾਡੇ ਇਉਂ ਸਮਝ ਲਓ ਵਜੂਦ ਨੇ, ਜੜ ਹੈ ਸਾਡੀ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ। ਇਹ ਸਭ ਸੰਪਰਦਾਵਾਂ ਟਾਹਣੀਆਂ ਨੇ, ਫੁੱਲ ਫਲ ਨੇ, ਵੱਖੋ ਵੱਖ ਇਹਨਾਂ ਦੇ ਰੰਗ ਨੇ, ਰੂਪ ਨੇ। ਇਹਨਾਂ ਫਲ ਫੁੱਲਾਂ ਚੋਂ ਇੱਕ ਸੰਪਰਦਾਇ ਹੈ, ਉਦਾਸੀਨ ਸੰਪਰਦਾਇ ਦੀ, ਨਿਆਈ ਟਹਿਕਦੀ ਮਹਿਕਦੀ, ਜਿਹਨੂੰ ਆਪਾਂ ਸੇਵਾ ਪੰਥੀ ਕਹਿ ਦਿੰਦੇ ਆ। ਮੈਂ ਗੁਰੂ ਨਾਨਕ ਨਾਲ ਮਹਾਪੁਰਸ਼ਾਂ ਦੇ ਪਿਆਰ ਦੀ ਬਾਤ ਕਰਾਂ, ਭਾਵਨਾ ਦੀ ਬਾਤ ਕਰਾਂ, ਫਿਰ ਬਾਬਾ ਸ਼੍ਰੀ ਚੰਦ ਜੀ ਦੀ ਕੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਤੀ, ਹੋਰਾਂ ਸੰਪਰਦਾਵਾਂ ਦੇ ਮਹਾਪੁਰਸ਼ਾਂ ਦੀ ਕੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਤੀ, ਤੁਹਾਨੂੰ ਇਹ ਸਮਝ ਲੱਗੇਗੀ ਵੀ ਸਾਡੇ ਸਾਰਿਆਂ ਦੀ ਜੜ ਇੱਕ ਹੀ ਹੈ, ਸਾਡੇ ਸਾਰਿਆਂ ਦਾ ਮੁਰਸ਼ਦ ਇੱਕ ਹੀ ਹੈ। ਉਸ ਮਹਾਪੁਰਸ਼ ਦਾ ਨਾਮ ਸੇਵਾ ਪੰਥੀ ਸੰਪਰਦਾਇ ਦੇ ਵਿੱਚ ਪ੍ਰਚਲਿਤ ਹੈ। ਇਉਂ ਉਹਦਾ ਨਾਮ ਹੈ ਸੰਤ ਰਾਮ ਕਿਸ਼ਨ ਸ਼ਾਹਪੁਰ ਵਾਲੇ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸੰਤ ਕਵੀ ਹੋਏ ਨੇ, ਸੰਤ ਵਾਲੀ ਉਪਾਧੀ ਦੇ ਵੀ ਮਾਲਕ ਸਨ, ਉਹਨਾਂ ਦੀ ਲਿਖਤ ਤੋਂ ਪਤਾ ਚੱਲਦਾ ਹੈ, ਤੇ ਡਾਕਟਰ ਵੀ ਨੇ, ਦੁਨਿਆਵੀ ਗਿਆਨ ਵੀ ਅਸੀਮ ਸੀ ਉਹਨਾਂ ਨੂੰ। ਔਰ ਜਿਹੜਾ ਗਿਆਨੀ ਹੋਵੇ ਨਾ ਤੇ ਨਾਲ ਰੱਬ ਦੇ ਰੰਗ ਵਿੱਚ ਭਿੱਜਿਆ ਹੋਵੇ, ਉਹਨੂੰ ਪਰਖ ਹੁੰਦੀ ਹੈ ਵੀ ਕੱਚ ਕੀ ਹੈ ਤੇ ਹੀਰਾ ਕੀ ਹੈ। ਉਹ ਕੱਚ ਨੂੰ ਕਦੇ ਹੀਰਾ ਨਹੀਂ ਲਿਖਦਾ, ਉਹਦੇ ਕੋਲ ਕਸਵੱਟੀ ਹੁੰਦੀ ਹੈ ਪਰਖ ਕਰਨ ਦੀ ਵੀ ਇਹ ਵਿਖਾਵੇ ਮਾਤਰ ਬਾਣਾ ਪਾਇਆ ਹੈ ਕਿ ਵਾਕਿਆ ਹੀ ਸੰਤ ਹੈ, ਬਨਾਰਸ ਦਾ ਠੱਗ ਹੈ ਜਾਂ ਸੰਤ ਹੈ। ਉਹਨੂੰ ਪਹਿਚਾਣ ਹੁੰਦੀ ਹੈ, ਆਮ ਬੰਦਾ ਨਹੀਂ ਪਹਿਚਾਣ ਸਕਦਾ। ਜ਼ੋਹਰੀ ਨੂੰ ਪਤਾ ਹੈ ਕੱਚ ਤੇ ਹੀਰੇ ਦਾ ਫਰਕ। ਤੁਹਾਡੇ ਸਾਹਮਣੇ ਕੱਚ ਦਾ ਟੁਕੜਾ ਘੜ ਕੇ ਰੱਖ ਦਈਏ, ਹੀਰੇ ਵਰਗੀ ਪਾਲਸ਼ ਹੋਵੇ, ਤੇ ਤੁਸੀਂ ਹੋ ਸਕਦਾ ਹੀਰਾ ਛੱਡ ਕੇ ਕੱਚ ਵੇਚਣ ਤੁਰ ਪਓ। ਬੰਦਾ ਧੋਖਾ ਖਾ ਜਾਂਦਾ ਹੈ ਕੱਚ ਤੇ ਹੀਰੇ ਵਿੱਚ, ਜ਼ੋਹਰੀ ਨਹੀਂ ਧੋਖਾ ਖਾਂਦਾ। ਸੋ ਮਹਾਪੁਰਸ਼ਾਂ ਨੂੰ ਪਹਿਚਾਣ ਹੁੰਦੀ ਹੈ ਮਹਾਪੁਰਸ਼ਾਂ ਦੀ, ਜਿਹਨੇ ਰੱਬੀ ਰਸ ਮਾਣਿਆ ਹੈ। ਹੋਰ ਜਿਹੜੇ ਰੱਬੀ ਰਸ ਮਾਨਣ ਵਾਲੇ ਨੇ ਉਹਨਾਂ ਦੀ ਪਹਿਚਾਣ ਰੱਖਦਾ ਹੈ। ਉਹ ਲਿਖਦੇ ਨੇ, ਸੰਤ ਰਾਮ ਕਿਸ਼ਨ ਜਿਹੜੇ ਹੋਏ ਨੇ ਨਾ, ਜਨਮ ਸ਼ਾਹਪੁਰ ਹੋਇਆ ਕੋਈ 1849 ਬਿਕਰਮੀ ਦੇ ਵਿੱਚ। ਪਿਤਾ ਜਵਾਇਆ ਰਾਮ ਹੈ ਤੇ ਮਾਤਾ ਰਾਧਾ ਬਾਈ ਹੈ। ਇੱਕ ਸ਼ਾਹਪੁਰ ਸੇਵਾ ਪੰਥੀਆਂ ਦਾ ਡੇਰਾ ਹੈ, ਸੰਤ ਵਸਤੀ ਰਾਮ ਉੱਥੋਂ ਦੇ ਮੁੱਖ ਸੇਵਾਦਾਰ ਨੇ, ਉਹਨਾਂ ਕੋਲ ਚਲੇ ਗਏ। ਉਹ ਪਿਤਾ ਨੇ ਇੱਕ ਦਿਨ ਕਹਿ ਦਿੱਤਾ ਵੀ ਤੂੰ ਡੇਰੇ ਜੋਗਾ ਹੀ ਲੱਗਦਾ ਹੈ, ਮੈਨੂੰ ਘਰ ਦਾ ਕੰਮ ਤੇ ਤੇਥੋਂ ਹੁੰਦਾ ਨਹੀਂ। ਤੋ ਪਿਤਾ ਦੇ ਮੂੰਹੋਂ ਬਚਨ ਨਿਕਲਿਆ ਸੀ, ਸੰਤ ਕਹਿੰਦੇ ਤੁਹਾਡਾ ਬਚਨ ਹੁਣ ਪੂਰਾ ਹੋਵੇਗਾ, ਹੁਣ ਤੋਂ ਸਾਰੀ ਉਮਰ ਗੁਰੂ ਨਾਨਕ ਦੇ ਡੇਰੇ ਜੋਗੇ ਹੀ ਰਹਿ ਜਾਣਾ ਹੈ। ਘਰੋਂ ਚਲੇ ਗਏ, ਸੰਤ ਵਸਤੀ ਰਾਮ ਕੋਲ ਗਏ, ਸੰਗਤ ਕੀਤੀ। ਹੁਣ ਸਿੱਖ ਸੰਪਰਦਾਵਾਂ ਦੇ ਡੇਰਿਆਂ ਦਾ ਇਹ ਸਿਧਾਂਤ ਹੈ,
ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਥੇ ਲੋੜਵੰਦ ਨੂੰ ਲੰਗਰ ਮਿਲਦਾ ਹੈ, ਵਸਤਰ ਮਿਲਦੇ ਨੇ। ਇੱਥੇ ਮੱਲਮ ਪੱਟੀ ਵੀ ਕੀਤੀ ਜਾਂਦੀ ਹੈ ਜੇ ਕੋਈ ਰੋਗੀ ਆ ਜਾਵੇ। ਜਿੱਥੇ ਬਾਣੀ ਸੁਣਾ ਕੇ ਸੋਗੀ ਦੇ ਸੋਗ ਮਿਟਾਏ ਜਾਂਦੇ ਨੇ, ਰੋਗੀ ਦੇ ਰੋਗ ਵੀ ਇੱਥੇ ਮਿਟਦੇ ਨੇ। ਭੁੱਖੇ ਨੂੰ ਪ੍ਰਸ਼ਾਦਾ, ਜ਼ਖਮੀ ਨੂੰ ਮੱਲਮ, ਤਾਪ ਚੜਿਆ ਹੋਵੇ ਤੇ ਗਿਲੋ ਆਦਿਕ ਵੀ ਮਿਲਦੀ ਹੈ ਡੇਰਿਆਂ ਤੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਘਰ ਦੇ ਇਹ ਸੰਪਰਦਾਈ ਸੰਤ ਨੇ। ਸੰਤ ਵਸਤੀ ਰਾਮ ਨੇ ਵੇਖਿਆ ਵੀ ਇਹ ਜਿਹੜੇ ਸੰਤ ਨੇ ਨਾ ਭਾਈ ਰਾਮ ਕਿਸ਼ਨ ਜੀ, ਇਹ ਸੇਵਾ ਅਤੇ ਸਿਮਰਨ ਦੀ ਭੱਠੀ ਵਿੱਚ ਤਪ ਕੇ ਐ ਸ਼ੁੱਧ ਸੋਨੇ ਵਰਗੇ ਹੋ ਗਏ ਨੇ। ਪੰਜ ਭੂਤਕ ਸਰੀਰ ਤਿਆਗਣਾ ਹੈ, ਹੁਣ ਭਾਈ ਰਾਮ ਕਿਸ਼ਨ ਨੂੰ ਸੇਵਾ ਦੇਣੀ ਹੈ। ਇੱਕ ਝਾੜੂ ਤੇ ਇੱਕ ਛੰਨਾ ਅੱਗੇ ਰੱਖਤਾ, ਕਹਿੰਦੇ ਬੱਚਿਆ ਗੁਰੂ ਨਾਨਕ ਦੇਵ ਦੇ ਘਰ ਦੀ ਤੈਨੂੰ ਸੇਵਾ ਦੇਣ ਲੱਗਿਆ, ਤੇਰਾ ਹਰ ਬਚਨ ਸੱਤ ਹੋਵੇਗਾ ਤੇ ਤੇਰਾ ਰਾਖਾ ਗੁਰੂ ਨਾਨਕ ਹੈ। ਇਹ ਬਚਨ ਕਹਿ ਦਿੱਤੇ। ਦੇਖੋ ਸਾਧੂਆਂ ਨੂੰ ਜਿਹੜੀ ਸੇਵਾ ਮਿਲਦੀ ਹੈ ਨਾ, ਇਹ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਹੀ ਸੇਵਾ ਮਿਲਦੀ ਹੈ। ਗੁਰੂ ਏਡੇ ਏਡੇ ਕੇਂਦਰਾਂ ਦੇ ਜਿਹੜੇ ਮੁੱਖ ਸੇਵਾਦਾਰ ਸਥਾਪਿਤ ਹੁੰਦੇ ਨੇ, ਜਿਨ੍ਹਾਂ ਕੇਂਦਰਾਂ ਗੁਰਧਾਮਾਂ ਚੋਂ ਧਰਮਸ਼ਾਲਾਵਾਂ ਚੋਂ ਸਿੱਖੀ ਪ੍ਰਫੁੱਲਤ ਹੁੰਦੀ ਹੈ, ਚੰਗੇ ਭਾਗਾਂ ਤੋਂ ਬਿਨਾਂ ਇਹ ਸੇਵਾ ਨਹੀਂ ਮਿਲਦੀ। ਕਈ ਕਹਿ ਦਿੰਦੇ ਜੀ ਆ ਸੰਤ ਸੇਵਾ ਨਿਭਾ ਰਹੇ ਨੇ, ਉਮਰ ਬੜੀ ਛੋਟੀ ਹੈ। ਇਹ ਤੂੰ ਨਹੀਂ ਜਾਣਦਾ ਵੀ ਇਹ ਤੂੰ ਇਹ ਜਾਮਾ ਵੇਖਿਆ ਹੈ, ਕੀ ਪਤਾ ਕਿੰਨੇ ਜਨਮਾਂ ਦੀ ਬੰਦਗੀ ਹੋਵੇਗੀ ਤੇ ਗੁਰੂ ਘਰ ਦੀ ਸੇਵਾ ਮਿਲੀ ਹੈ। ਤੇਰੀ ਨਜ਼ਰ ਆ ਚੰਮ ਤੱਕ ਹੀ ਹੈ, ਮਨ ਤੱਕ ਨਹੀਂ ਹੈ ਵੀ ਇਹ ਕਦੋਂ ਦਾ ਚੱਲ ਰਿਹਾ ਹੈ ਪੈਂਡਾ। ਬਾਣੀ ਕਹਿੰਦੀ ਹੈ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਹਨੂੰ ਗੁਰੂ ਨਾਨਕ ਵੱਡਿਆਂ ਕਰਦਾ ਹੈ ਨਾ, ਉਹੀ ਵੱਡਾ ਹੋਵੇਗਾ ਦੁਨੀਆ ਤੇ। ਖੈਰ ਸੇਵਾ ਗਈ ਮਿਲ, ਵਡਿਆਈ ਬੜੀ ਹੋਈ। ਬੰਦਗੀ ਕਰਨ ਵਾਲੇ ਸੀ, ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ, ਰੌਣਕ ਬੜੀ ਰਵੇ ਡੇਰੇ ਵਿੱਚ ਸ਼ਾਹਪੁਰ। ਪਰ ਵੇਖੋ ਆਪਣੇ ਮੁਰਸ਼ਦ ਪ੍ਰਤੀ ਮੋਹ। ਮੈਂ ਬਾਬਾ ਸ਼੍ਰੀ ਚੰਦ ਵੱਲ ਲਾਵਾਂਗਾ, ਉਹਨਾਂ ਦੀ ਰਚਨਾ ਚੋਂ ਮਾਲੂਮ ਹੁੰਦਾ ਹੈ ਖੁਦ ਖੁਦਾ ਗੁਰੂ ਨਾਨਕ ਦੇ ਲਖਤੇ ਜਿਗਰ, ਗੁਰੂ ਨਾਨਕ ਦਾ ਰੂਪ ਹੋ ਕੇ ਵੀ ਇੰਨੀ ਭਾਵਨਾ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਹੈ। ਅਗਰ ਉਹਦੇ ਚੋਂ ਇੱਕ ਕਿਣਕਾ ਭਾਵਨਾ ਅਸੀਂ ਗੁਰੂ ਨਾਨਕ ਗੁਰੂ ਗ੍ਰੰਥ ਲਈ ਧਾਰ ਲਈਏ ਤੇ ਸਾਡਾ ਜੀਵਨ ਸਫਲਾ ਹੋ ਜਾਵੇ। ਹੁਣ ਸੰਤਾਂ ਦੀ ਬੱਲੇ ਬੱਲੇ ਤੇ ਹੋ ਗਈ ਬੜੀ, ਪਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇ ਨਾਲ ਪ੍ਰੇਮ ਬੜਾ ਹੈ। ਜਦੋਂ ਬਾਬਾ ਜੀ ਸੁਖਾਸਣ ਕਰਨ ਲੱਗਦੇ ਨੇ ਨਾ, ਕਹਿੰਦੇ ਸੁਖਾਸਣ ਕਰਕੇ ਨਾ ਸੱਚਖੰਡ ਦਾ ਦਰਵਾਜ਼ਾ ਬੰਦ ਕਰ ਦੇਣਾ, ਅਰਦਾਸਾ ਕਰ ਲੈਣਾ, ਪਰ ਮਨ ਨਾ ਮੰਨਣਾ, ਰੰਚਕ ਮਾਤਰ ਵੀ ਪਿੱਛੇ ਕਦਮ ਪੁੱਟਾਂ, ਫਿਰ ਦਰਵਾਜ਼ਾ ਖੋਲ ਲੈਣਾ। ਤੇ ਭਾਈ ਵੀਰ ਸਿੰਘ ਕਹਿੰਦੇ ਉਹਨਾਂ ਮਹਾਪੁਰਸ਼ਾਂ ਬਚਨ ਕਹਿਣਾ, ਕਿੰਜ ਜੀਸਾਂ ਆਪ ਦੇ ਦਰਸ਼ਨਾਂ ਬਿਨਾ ਕਿੰਜ ਰਾਤ ਲੰਘ ਸੀ। ਮਹਾਰਾਜ ਤੁਹਾਡਾ ਸੁਖਾਸਣ ਹੋ ਗਿਆ, ਤੁਹਾਡਾ ਆਰਾਮ ਕਰਨ ਦਾ ਸਮਾਂ ਹੈ। ਹੁਣ ਮੇਰੀ ਸਮਝ ਇਹ ਨਹੀਂ ਪੈਂਦਾ ਵੀ ਹੁਣ ਤੁਹਾਡੇ ਤੋਂ ਬਿਨਾ ਮੈਂ ਸਾਰੀ ਰਾਤ ਕਿੱਦਾਂ ਲੰਘਾਉਣੀ ਹੈ। ਇੰਨਾ ਕਹਿ ਕੇ ਦਰਵਾਜ਼ਾ ਫਿਰ ਖੋਲ ਦੇਣਾ ਤੇ ਦਰਵਾਜ਼ਾ ਖੋਲ ਕੇ ਨਾ ਫਿਰ ਬੰਦ ਕਰਕੇ ਇਹ ਗੱਲ ਕਹਿਣੀ, ਉਹ ਰਾਮ ਕਿਸ਼ਨ ਸਤਿਗੁਰੂ ਦਾ ਆਰਾਮ ਕਰਨ ਦਾ ਸਮਾਂ ਹੈ, ਤੂੰ ਉਹਨਾਂ ਨੂੰ ਆਰਾਮ ਕਰਨ ਦੇ, ਦਰਸ਼ਨ ਦੇ ਲਾਲਚਾਂ ਵਸ ਕਿਉਂ ਬੇਅਦਬੀ ਕਰਦਾ ਹੈ ਗੁਰਾਂ ਦੀ। ਦਰਵਾਜ਼ਾ ਖੋਲਣਾ, ਦਰਵਾਜ਼ਾ ਬੰਦ ਕਰਨਾ। ਅਖੀਰ ਬਿਹਬਲ ਹੋ ਕੇ ਨਾ ਜਿਹੜਾ ਥੜਾ ਸਾਹਿਬ ਹੁੰਦਾ, ਤਖਤਪੋਸ਼ ਹੁੰਦਾ, ਉਹਦੇ ਨਾਲ ਬਹਿ ਜਾਣਾ। ਮੰਜੀ ਸਾਹਿਬ ਦੇ ਪਾਵੇ ਦੇ ਨਾਲ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਅੰਮ੍ਰਿਤ ਵੇਲੇ, ਸਿਰ ਲਾ ਕੇ ਆਤਮ ਆਨੰਦ ਦੇ ਵਿੱਚ ਕੁਝ ਸਮਾਂ ਕੱਢਣਾ।
ਭਾਈ ਵੀਰ ਸਿੰਘ ਕਹਿੰਦੇ ਵੀ ਇਹ ਸ਼ਾਹਪੁਰ ਦੀਆਂ ਸੰਗਤਾਂ ਦੇ ਬੋਲ ਨੇ ਵੀ ਉਸ ਮਹਾਪੁਰਸ਼ ਨੇ ਸਾਰੀ ਉਮਰ ਲੱਕ ਸਿੱਧਾ ਕਰਕੇ ਆਰਾਮ ਨਹੀਂ ਕੀਤਾ। ਇੰਨੀ ਨੀਂਦ ਸੀ ਜੋ ਮਹਾਰਾਜ ਦੇ ਮੰਜੀ ਸਾਹਿਬ ਨਾਲ ਪਾਕ ਸੀਸ ਲਾ ਕੇ ਥੋੜਾ ਸਮਾਂ ਲੈ ਲੈਣੀ। ਅੰਮ੍ਰਿਤ ਵੇਲਾ ਹੁੰਦਿਆਂ ਹੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਸ਼ੌਚ ਕਰਕੇ ਮਹਾਰਾਜ ਦਾ ਪ੍ਰਕਾਸ਼ ਕਰਨਾ। ਕਹਿੰਦੇ ਪ੍ਰਕਾਸ਼ ਤੋਂ ਉਹਨਾਂ ਦੇ ਚਿਹਰੇ ਦਾ ਨਿਊਰ ਇਉਂ ਹੋ ਜਾਂਦਾ ਸੀ ਜਿਵੇਂ ਸੂਰਜ ਦੇ ਚੜ੍ਹਦਿਆਂ ਕੌਲ ਫੁੱਲ ਖਿੜਦਾ ਹੈ। ਕਮਲ ਦਾ ਇੱਕ ਸੁਭਾਅ ਹੈ, ਜਦੋਂ ਸੂਰਜ ਚੜ੍ਹੇ ਤੇ ਪ੍ਰਫੁੱਲਤ ਹੁੰਦਾ ਹੈ, ਛਿਪ ਜਾਵੇ ਤੇ ਪੰਖੜੀਆਂ ਸਮੇਟ ਕੇ ਛੱਪੜ ਤੇ ਮੋਇਆ ਜਿਹਾ ਪਿਆ ਹੁੰਦਾ ਹੈ। ਸੁਖਾਸਨ ਹੋਣਾ ਮਹਾਰਾਜ ਦਾ ਤੇ ਮੁਰਝਾ ਜੇ ਜਾਣਾ ਸੰਤਾਂ ਨੇ, ਪ੍ਰਕਾਸ਼ ਹੋਣਾ ਤੇ ਪ੍ਰਫੁੱਲਤ ਹੋ ਜਾਣਾ। ਇਹਨੂੰ ਪਤਾ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਉਸ ਮਹਾਪੁਰਸ਼ ਨੇ ਇਹ ਬਾਣੀ ਪੜ੍ਹਨੀ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਣਾ। ਉਹਦੇ ਬੋਲ ਹੁੰਦੇ ਸਨ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਐਸੀ ਅਵਸਥਾ ਹੈ। ਸੰਗਤ ਨੇ ਜਦੋਂ ਇਹ ਸ਼ਬਦ ਸੁਣਦੇ ਨਾ, ਉਹਨਾਂ ਦੇ ਮੂੰਹੋਂ ਕਹਿੰਦੇ ਅੱਖਾਂ ਚੋਂ ਵੈਰਾਗ ਡੁੱਲਣ ਲੱਗ ਪੈਣਾ। ਐਸੀ ਅਵਸਥਾ ਮਹਾਪੁਰਸ਼ਾਂ ਦੀ। ਉਹਨਾਂ ਦੀ ਜ਼ੁਬਾਨ ਤੇ ਨਾਮ ਇਹ ਹੁੰਦਾ ਸੀ ਧੰਨ ਗੁਰੂ ਨਾਨਕ, ਜੋ ਬਾਬਾ ਸ਼੍ਰੀ ਚੰਦ ਦੀ ਜ਼ੁਬਾਨ ਤੇ ਸੀ, ਜੋ ਉਦਾਸੀਆਂ ਦੀ ਜ਼ੁਬਾਨ ਤੇ ਹੈ। ਹੁਣ ਸਾਰੀ ਦਿਹਾੜੀ ਧੰਨ ਗੁਰੂ ਨਾਨਕ ਦਾ ਜਾਪ ਕਰਨ ਗੁਰੂ ਗ੍ਰੰਥ ਸਾਹਿਬ ਦੇ ਸਾਹਵੇਂ ਬਹਿ ਕੇ। ਇੱਕ ਦਿਨ ਇੱਕ ਹੋਰ ਮਹਾਂਪੁਰਸ਼ ਆਇਆ, ਉਸ਼ਨਾਕ ਰਾਏ ਨਾਮ ਹੈ ਉਹਦਾ। ਉਹਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੱਥਾ ਟੇਕ ਕੇ ਰਾਧੇ ਕ੍ਰਿਸ਼ਨ ਦਾ ਉੱਚੀ ਉੱਚੀ ਜਾਪ ਕਰਨ ਲੱਗ ਪਿਆ। ਸੰਤ ਆਪਣੀ ਮਸਤੀ ਵਿੱਚ ਨੇ। ਉਸ਼ਨਾਕ ਰਾਏ ਦੇ ਆਵਾਜ਼ੇ ਵੱਲ ਧਿਆਨ ਨਾ ਦਿੱਤਾ ਕੋਈ ਉਹਨਾਂ। ਉਹਨੇ ਵੇਖਿਆ ਵੀ ਇਹ ਤੇ ਡੋਲ ਬੈਠੇ ਨੇ, ਉਹ ਨੇੜੇ ਹੋ ਗਿਆ ਤੇ ਕੰਨ ਵਿੱਚ ਜਾ ਕੇ ਉੱਚੀ ਦੇਣੀ, ਫਿਰ ਆਖਣ ਲੱਗਾ ਰਾਧੇ ਕ੍ਰਿਸ਼ਨ। ਹੁਣ ਸੰਤਾਂ ਨੂੰ ਜਦੋਂ ਸੁਣਾਈ ਦਿੱਤੀ ਆਵਾਜ਼, ਚੁੱਪਚਾਪ ਉੱਠੇ ਤੇ 5-7 ਫੁੱਟ ਦੂਰ ਜਾ ਕੇ ਬਹਿ ਗਏ ਤੇ ਫਿਰ ਆਪਣੇ ਖਸਮ ਦਾ ਨਾਮ ਧਿਆਉਣ ਲੱਗੇ, ਧੰਨ ਗੁਰੂ ਨਾਨਕ। ਉਸ਼ਨਾਕ ਰਾਏ ਫਿਰ ਨਾ ਟਲਿਆ, ਫਿਰ ਨੇੜੇ। 5-7 ਵਾਰ ਜਦੋਂ ਇਸੇ ਤਰ੍ਹਾਂ ਹੀ ਉਸ਼ਨਾਕ ਰਾਏ ਨੇ ਕੀਤਾ ਤੇ ਸੰਤ ਓਨੀ ਵਾਰ ਹੀ ਉੱਠ ਕੇ ਹਟਵੇਂ ਬਹਿ ਗਏ, ਗੁਰੂ ਨਾਨਕ ਦਾ ਨਾਮ ਜਪੀ ਗਏ। ਰੰਚਕ ਮਾਤਰ ਵੀ ਗਿਲਾ ਨਹੀਂ ਕੀਤਾ, ਗੁੱਸਾ ਨਹੀਂ ਕੀਤਾ। ਪਰ ਉਸ਼ਨਾਕ ਰਾਏ ਨੂੰ ਗੁੱਸਾ ਆ ਗਿਆ। ਕਹਿੰਦਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਕੋਈ ਰਾਮ ਆਖੇ ਕੋਈ ਖੁਦਾ ਆਖੇ, ਸਭ ਨੂੰ ਗੱਲ ਨਾਲ ਲਾਇਆ ਜਾਂਦਾ ਹੈ। ਇੰਨੀ ਅਲਰਜੀ ਕਾਹਦੀ ਹੈ ਰਾਧੇ ਕ੍ਰਿਸ਼ਨ ਦੇ ਨਾਮ ਤੋਂ? ਤੇ ਸੰਤ ਕਹਿੰਦੇ ਬੈਠ ਜਾ। ਆਪਣੀ ਨਜ਼ਰ ਪਾਈ। ਉਹ ਕਹਿੰਦਾ ਮਹਾਰਾਜ ਇਹ ਸ਼ੰਕਾ ਨਿਵਰਤ ਕਰੋ, ਤੁਸੀਂ ਸਮਦ੍ਰਿਸ਼ਟੇ ਹੋ। ਰਾਧੇ ਕ੍ਰਿਸ਼ਨ ਮਾੜਾ ਤੇ ਗੁਰੂ ਨਾਨਕ ਚੰਗਾ, ਇਹ ਕਿਵੇਂ? ਤੇ ਉਹ ਮਹਾਪੁਰਸ਼ਾਂ ਦੇ ਬੋਲ ਸਨ। ਸੰਤ ਕਹਿੰਦੇ ਭਾਈ ਨਾਮ ਕੋਈ ਵੀ ਨਹੀਂ ਮਾੜਾ। ਇਹ ਜਿੰਨੇ ਵੀ ਰਹਿਬਰ ਨੇ, ਮਹਾਪੁਰਸ਼ ਨੇ, ਅਵਤਾਰ ਨੇ, ਅਕਾਲ ਪੁਰਖ ਦੇ ਹੀ ਭੇਜੇ ਹੋਏ ਨੇ ਕੁਝ ਅਜ਼ਮਤਾਂ ਦੇ ਕੇ। ਪਰ ਕਲਯੁਗ ਦੇ ਅੰਦਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਖੁਦ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਏ। ਮੈਂ ਕਿਸੇ ਦੇ ਨਾਮ ਨਾਲ ਨਫ਼ਰਤ ਨਹੀਂ ਕਰਦਾ, ਸਾਰੇ ਮਹਾਪੁਰਸ਼ਾਂ ਦਾ, ਰਹਿਬਰਾਂ ਦਾ, ਧਰਮਾਂ ਦਾ ਅਦਬ ਹੈ। ਪਰ ਕਹਿੰਦੇ ਮੈਨੂੰ ਤੂੰ ਇਸ ਗੱਲ ਦਾ ਜਵਾਬ ਦੇ, ਜਿਸ ਦੀ ਸਰਕਾਰ ਹੋਵੇ ਸਿੱਕਾ ਉਹਦਾ ਚੱਲਦਾ ਹੈ ਕਿ ਜਿਹਦੀ ਸਰਕਾਰ ਚਲੀ ਗਈ ਹੋਵੇ ਸਿੱਕਾ ਉਹਦਾ ਚੱਲਦਾ ਹੈ? ਕਹਿੰਦਾ ਜੀ ਜਿਹਦੀ ਸਰਕਾਰ ਹੋਵੇ ਉਹਦਾ ਸਿੱਕਾ ਚੱਲਦਾ ਹੈ। ਕਹਿੰਦੇ ਫਿਰ ਮੋਹਰ ਵੀ ਉਹਦੀ ਚੱਲਦੀ ਹੈ। ਉਹ ਕਹਿੰਦੇ ਭਲਿਆ ਗੁਰੂ ਨਾਨਕ ਦੀ ਸਰਕਾਰ ਹੈ, ਗੁਰੂ ਨਾਨਕ ਦਾ ਰਾਜ ਹੈ, ਗੁਰੂ ਨਾਨਕ ਦਾ ਤੇਜ ਹੈ, ਗੁਰੂ ਨਾਨਕ ਦੇ ਨਾਮ ਦੀ ਮੋਹਰ ਚੱਲਦੀ ਹੈ, ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚੱਲਦਾ ਹੈ। ਇੱਧਰ ਸਾਡੇ ਪਾਸ ਬੈਠ ਕੇ ਮਨ ਨੂੰ ਜੋੜ, ਆਤਮਿਕ ਮੰਡਲਾਂ ਦੀ ਇੱਕ ਉਡਾਰੀ ਲਾ। ਤੈਨੂੰ ਮਾਲੂਮ ਹੋਵੇਗਾ ਜਿੰਨੇ ਵੀ ਰਹਿਬਰ ਮਹਾਪੁਰਸ਼ ਨੇ
ਉਹ ਚਰਨਾਂ ਵਿੱਚ ਬੈਠੇ ਨੇ ਤੇ ਗੁਰੂ ਨਾਨਕ ਸੱਚਖੰਡ ਦੇ ਤਖਤ ਉੱਤੇ ਬੈਠਾ ਹੋਇਆ ਖੁਦ ਖੁਦਾ ਹੈ। ਤੂੰ ਥੋੜੀ ਜੀ ਸੁਰਤੀ ਨੂੰ ਉੱਚਾ ਚੁੱਕ, ਥੋੜੀ ਜੀ ਉਡਾਰੀ ਲਾ, ਨਾ ਕ੍ਰਿਸ਼ਨ ਹੀ ਮਾੜਾ ਹੈ ਨਾ ਰਾਧਾ ਹੀ ਮਾੜੀ ਹੈ, ਪਰ ਸਰਕਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ, ਚਲਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ। ਇੰਨਾ ਕਹਿ ਕੇ ਗੁਰੂ ਨਾਨਕ ਦੀ ਧੁਨ ਵਿੱਚ ਮਗਨ ਹੋ ਗਏ। ਉਸ਼ਨਾ ਕਰਾਏ ਚਰਨਾਂ ਵਿੱਚ ਬੈਠਾ ਹੈ, ਨਤਮਸਤਕ ਹੋ ਕੇ ਵਾਪਸ ਚਲਿਆ ਜਾਂਦਾ ਹੈ। ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਕ ਬੋਲ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਦਾ ਟ੍ਰਾਂਸੈਂਡੈਂਟ ਲਾਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਖੁਦਾਇਆ ਜਿਹੜਾ ਨਿਰ ਆਕਾਰ ਹੈ, ਆਕਾਰ ਧਾਰ ਕੇ ਗੁਰੂ ਨਾਨਕ ਬਣ ਕੇ ਆਇਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਇਜ਼ ਦਾ ਗ੍ਰੇਟੈਸਟ ਆਫ ਆਲ। ਇਹ ਬੜੇ ਬੜੇ ਇੰਗਲਿਸ਼ ਦੇ ਟੀਕਾਕਾਰਾਂ ਦਾਵਾ ਕੀਤਾ ਹੈ ਵੀ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ ਹੈ। ਗੁਰੂ ਨਾਨਕ ਜਿਨ ਸੁਣਿਆ ਭੇਕਿਆ ਸੇ ਫਿਰ ਗਰਬਾਸ ਨਾ ਪਰਿਆਰੇ। ਉਹ 84 ਉਹਦੀ ਕੱਟੀ ਗਈ ਜਿਹੜੇ ਗੁਰੂ ਨਾਨਕ ਨੂੰ ਵੇਖ ਲੈਣ, ਦਿਦਾਰੇ ਕਰ ਲੈਣ, ਉਹਦੇ ਗੀਤ ਗਾ ਲੈਣ। ਭਾਈ ਸਾਹਿਬ ਭਾਈ ਨੰਦ ਲਾਲ ਨੇ ਨਾ ਐਸੀ ਬਾਣੀ ਪ੍ਰਗਟ ਕੀਤੀ, ਚਾਹੇ ਉਹ ਕਿਸੇ ਵੀ ਪੱਖ ਦੇ ਸੰਪਰਦਾਇ ਦੇ ਮਹਾਂਪੁਰਸ਼ ਨੇ। ਮੈਂ ਫਿਰ ਕਹਿ ਦਵਾਂ, ਸਾਡੀ ਜੜ ਗੁਰੂ ਨਾਨਕ ਹੈ। ਤੂੰ ਟਕਸਾਲ ਨਾਲ ਰਿਲੇਟਡ ਹੈ, ਤੂੰ ਨਿਹੰਗ ਸਿੰਘ ਹੈ, ਤੂੰ ਨਿਰਮਲਾ ਹੈ, ਤੂੰ ਉਦਾਸੀ ਹੈ, ਤੂੰ ਸੇਵਾ ਪੰਥੀ ਹੈ। ਯਾਦ ਰੱਖੀ, ਅਸੀਂ ਸਾਰੇ ਹੀ ਗੁਰੂ ਨਾਨਕ ਨੂੰ ਲੱਗੇ ਹੋਏ ਫਲ ਤੇ ਫੁੱਲ ਆ। ਇਹੀ ਸੋਚ ਬਾਬਾ ਨੰਦ ਲਾਲ ਜੀ ਦੀ ਹੈ। ਉਸ ਮਹਾਂਪੁਰਸ਼ ਦੇ ਪਾਕ ਬੋਲ ਨੇ ਗੁਰੂ ਨਾਨਕ ਦੇ ਬਾਬਤ। ਉਹ ਗੰਜਨਾਮੇ ਵਿੱਚ ਫਾਰਸੀ ਦੇ ਬੋਲ ਬੋਲਦੇ ਨੇ, ਵਾ ਸਿਵਸ਼ ਖੁਦ ਹਕੁਲ ਮੁਤਾਲ ਵਾ ਤਾਲਿਬਸ਼ ਖੁਦ ਜ਼ਾਤੇ ਲਾ ਜਜ਼ਾਲ। ਕਹਿੰਦੇ ਆਇਆ ਗੁਰੂ ਨਾਨਕ, ਤੇਰੀ ਤੇ ਰੱਬ ਦੀ ਜਾਤ ਇੱਕ ਹੈ। ਮੈਂ ਗੁਰੂ ਗੋਬਿੰਦ ਸਿੰਘ ਤੇਰੇ ਦਰ ਤੇ ਚੌਂਕੜਾ ਲਾ ਕੇ ਤੇਰੇ ਦਿਦਾਰੇ ਕਰਦਾ, ਸਮਝਦਾ ਹਾਂ ਤੂੰ ਖੁਦਾ ਦਾ ਸਰਗੁਣ ਸਰੂਪ ਹੈ। ਜਦੋਂ ਅੰਤਰ ਧਿਆਨ ਹੋ ਕੇ ਉਡਾਰੀ ਮਾਰ ਕੇ ਸੱਚਖੰਡ ਜਾਣਾ, ਉੱਥੇ ਵੀ ਤੂੰ ਗੁਰੂ ਨਾਨਕ ਸੱਚਖੰਡ ਦੇ ਤਖਤ ਉੱਤੇ ਬੈਠੇ ਹੋਏ ਹੋ। ਕੁੱਲ ਕਾਇਨਾਤ ਦੇ ਤੁਸੀਂ ਮਾਲਕ ਹੋ। ਸਭ ਰਹਿਬਰ ਮਹਾਂਪੁਰਸ਼ ਚਰਨਾਂ 'ਚ ਬੈਠੇ ਨੇ। ਖੁਦਾ ਤੇਰੀ ਜਾਤ ਹੈ, ਤੂੰ ਖੁਦਾ ਦੀ ਜਾਤ ਹੈ। ਖੁਦਾ ਤੇਰੇ ਵਿੱਚ ਹੈ, ਤੂੰ ਖੁਦਾ ਦੇ ਵਿੱਚ ਹੈ। ਹੱਕੁਲ ਮੁਤਾਲ, ਹੱਕ ਖੁਦਾ ਨੂੰ ਕਹਿੰਦੇ ਨੇ। ਤੇ ਜਿਹੜਾ ਖੁਦਾਇਆ ਹੈ ਨਾ ਗੁਰੂ ਨਾਨਕ, ਮੁਤਾਲ ਜੋ ਸਭ ਤੋਂ ਉੱਚਾ ਹੈ, ਸਭ ਤੋਂ ਸ੍ਰੇਸ਼ਟ ਹੈ, ਤੂੰ ਉਹਦਾ ਹੀ ਸਰਗੁਣ ਰੂਪ ਹੈ। ਕਹਿੰਦੇ ਦੇਖ, ਲਫ਼ਜ਼ ਵਰਤਿਆ ਹੈ ਜਜ਼ਾਲ, ਸਦਾ ਰਹਿਣ ਵਾਲਾ। ਤੂੰ ਸਦਾ ਰਹਿਣ ਵਾਲਾ ਹੈ, ਤੂੰ ਸਦੀਵੀ ਹੈ। ਜਾਤ ਕਰਕੇ ਤੂੰ ਤੇ ਖੁਦਾ ਇੱਕ ਹੋ। ਐਸੇ ਬੋਲ ਭਾਈ ਨੰਦ ਲਾਲ ਦੇ ਨੇ। ਬਾਣੀ ਕਹਿੰਦੀ ਹੈ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ, ਏਕ ਜੀਹੀ ਕਿਆ ਬਖਾਨੇ ਹਾਂਕੇ ਬਲ 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 ਸਦ ਬਲਿਹਾਰ। ਗੁਰੂ ਨਾਨਕ ਖੁਦਾਇਆ ਦੇ ਤੁਲ ਹੈ, ਹੋਰ ਕੋਈ ਹਸਤੀ ਨਹੀਂ ਜਿਹਦਾ ਕੰਪੈਰੀਜ਼ਨ ਹੋ ਸਕੇ ਉੱਥੇ। ਤੇ ਮੇਰੇ ਐਸੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਡਿਆਈ ਹੈਨ ਬਿਨ ਜੈਸੀ ਭਾਈ ਨੰਦ ਲਾਲ ਕਰਦੇ ਨੇ, ਹੋਰ ਕਵੀ ਜਨ ਕਰਦੇ ਨੇ, ਮਹਾਂਪੁਰਸ਼ ਕਰਦੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਮੁਰਸ਼ਿਦ ਧਾਰਿਆ ਏ। ਐਸੀ ਮਹਾਨ ਵਡਿਆਈ ਗੁਰੂ ਨਾਨਕ ਦੇ ਲਖਤੇ ਜਿਗਰ ਇਹਨਾਂ ਸਭ ਕਵੀਆਂ ਨੂੰ ਪਹਿਲਾਂ ਬਾਬਾ ਸ਼੍ਰੀ ਚੰਦ ਕਰ ਆਏ ਨੇ। ਤੇ ਤੂੰ ਫਿਰ ਆਖੇ ਵੀ ਬਾਬਾ ਸ਼੍ਰੀ ਚੰਦ ਹੁਕਮ ਵਿੱਚ ਨਹੀਂ ਚੱਲਿਆ ਗੁਰੂ ਨਾਨਕ ਦੇ। ਤੂੰ ਫਿਰ ਆਖੇ ਵੀ ਬਾਬਾ ਸ਼੍ਰੀ ਚੰਦ ਹੁਕਮ ਅਦੂਲੀ ਕਰਦਾ ਰਿਹਾ ਹੈ। ਬਾਬਾ ਸ਼੍ਰੀ ਚੰਦ ਦੀ ਕਲਮ ਵਿੱਚੋਂ ਗੁਰੂ ਨਾਨਕ ਤੋਂ ਲਹਿਦਾ ਕਿਸੇ ਮਹਾਂਪੁਰਸ਼ ਰਹਿਬਰ ਦੀ, ਮੁਰਸ਼ਿਦ ਦੀ ਬਾਤ ਚੱਲੀ ਨਹੀਂ ਹੈ। ਇਹ ਠੀਕ ਹੈ, ਉਹਨਾਂ ਦਾ ਜਿਹੜਾ ਘੇਰਾ ਹੈ ਬੜਾ ਵੱਡਾ ਹੈ। ਸਨਾਤਨ ਮਤ ਵਿੱਚ ਉਹਨਾਂ ਦਾ ਬੜਾ ਪ੍ਰਭਾਵ ਹੈ। ਪਰ ਉਹਨਾਂ ਸਨਾਤਨ ਮਤ ਦੇ ਕਿਸੇ ਰਹਿਬਰ ਨੂੰ, ਕਿਸੇ ਪੀਰ ਫਕੀਰ ਨੂੰ, ਕਿਸੇ ਦੇਵੀ ਦੇਵਤੇ ਨੂੰ ਆਗੂ ਨਹੀਂ ਮੰਨਿਆ। ਲੋੜ ਨਹੀਂ ਹੈ, ਕਿਉਂਕਿ ਉਹ ਖੁਦ ਖੁਦਾ ਗੁਰੂ ਨਾਨਕ ਦਾ ਲਹੂ ਉਹਨਾਂ ਦੀਆਂ ਰਗਾਂ ਵਿੱਚ ਵਗ ਰਿਹਾ ਹੈ। ਔਰ ਜਿਤਨੇ ਵੀ ਰਹਿਬਰ ਦੇਵੀ ਦੇਵਤੇ ਨੇ, ਉਹਨਾਂ ਤੋਂ ਸਿਰਮੌਰ ਬਾਬਾ ਸ਼੍ਰੀ ਚੰਦ ਹੈ।
ਤੂੰ ਪਤਾ ਨਹੀਂ ਕਿਹਨਾਂ ਨੂੰ ਭਗਵਾਨ ਕਹਿਣਾ ਹੈ, ਪਰ ਗੁਰੂ ਨਾਨਕ ਦੇ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਨਾਲੋਂ ਵੱਡਾ ਕਿਹੜਾ ਗੁਣਾ ਨਾਲ ਸ਼ਰਸਾਰ ਹੈ, ਕਿਹੜਾ ਭਗਵਾਨ ਵਰਗੇ ਮਹਾਨ ਮਰਾਤਬੇ ਨੂੰ ਪਹੁੰਚਿਆ ਹੈ। ਬਾਬਾ ਸ਼੍ਰੀ ਚੰਦ ਤੋਂ ਸਾਰੇ ਥੱਲੇ ਨੇ, ਗੁਰੂ ਨਾਨਕ ਸਾਹਿਬ ਦੇ ਲਖਤੇ ਜਿਗਰ ਨੇ। ਖੁਦ ਖੁਦਾ ਗੁਰੂ ਨਾਨਕ ਸਾਹਿਬ ਦਾ ਸਿਰ ਤੇ ਹੱਥ ਹੈ। ਗੁਰੂ ਨਾਨਕ ਸਾਹਿਬ ਪਾਸੋਂ ਹੀ ਗੁਰਮਤਿ ਦੀ ਸਿੱਖਿਆ ਲਈ ਹੈ, ਗੁਰੂ ਨਾਨਕ ਸਾਹਿਬ ਪਾਸੋਂ ਹੀ ਚੌਂਕੜਾ ਲਾਉਣ ਦੀ ਜਾਚ ਸਿੱਖੀ ਹੈ, ਗੁਰੂ ਨਾਨਕ ਸਾਹਿਬ ਪਾਸੋਂ ਹੀ ਸੁਲਾ ਕੁਲ ਦੀ ਬਾਤ ਕੀਤੀ ਹੈ। ਸਾਰਿਆਂ ਨੂੰ, ਸਾਈਂ ਮੀਆਂ ਮੀਰ ਵਰਗਿਆਂ ਨੂੰ, ਇਸਲਾਮ ਜਗਤ ਦੇ ਸੂਫੀ ਜਨ ਮਹਾਪੁਰਸ਼ਾਂ ਨੂੰ, ਚਾਹੇ ਸਨਾਤਨ ਮਤ ਦੇ ਸਤਪੁਰਸ਼ ਨੇ, ਬਾਬਾ ਸ਼੍ਰੀ ਚੰਦ ਨੇ ਗਲਵਕੜੀ ਵਿੱਚ ਲਿਆ। ਗੁਰੂ ਨਾਨਕ ਦੀ ਫੁਲਵਾੜੀ ਨੂੰ ਭਾਰਤ ਵਰਸ਼ ਅੰਦਰ ਪ੍ਰਫੁੱਲਤ ਕੀਤਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਤ ਚੱਲੇਗੀ ਨਾ, ਤੇ ਫਿਰ ਇਹ ਅਲਫਾਜ਼ ਪੜੇ ਜਾਣਗੇ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਗੁਰੂ ਨਾਨਕ ਧੰਤਾ ਦੇ ਜੋਗ ਹੈ, ਉਹਦੀ ਕੁੱਲ ਧੰਤਾ ਦੇ ਜੋਗ ਹੈ, ਉਹਦਾ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਧੰਤਾ ਦੇ ਜੋਗ ਹੈ, ਮਾਈ ਬਾਪ ਧੰਤਾ ਦੇ ਜੋਗ ਨੇ। ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਮਦਰ, ਬਲੈਸਡ ਇਜ਼ ਦਾ ਲਾਈਨੇਜ, ਸਾਰੇ ਦੀ ਸਾਰੀ ਕੁੱਲ ਧੰਤਾ ਦੇ ਜੋਗ ਹੈ। ਤੇ ਜੇ ਲਾਂਤਾਂ ਖੱਟਣ ਵਾਲਾ ਹੈ ਤੇ ਉਹ ਕੇਵਲ ਤੂੰ ਹੈ ਜਿਹੜਾ ਬਾਬਾ ਸ਼੍ਰੀ ਚੰਦ ਦੀ ਸ਼ਾਨੋ ਸ਼ੌਕਤ ਦੇ ਖਿਲਾਫ ਬੋਲਦਾ ਹੈ। ਮਹਾਰਾਜ ਨੇ ਤੇ ਬਾਣੀ ਵਿੱਚ ਕਿਹਾ ਹੈ ਧੰਤਾ ਦੇ ਜੋਗ ਹੈ, ਔਰ ਆਪਾਂ ਬਾਣੀ ਚੋਂ ਹੀ ਸਿੱਧ ਕਰਾਂਗੇ ਵੀ ਇਹ ਇਹਨਾਂ ਦਾ ਮੂੰਹ ਕਾਲਾ ਬੜਾ ਗੁਰੂ ਨਾਨਕ ਦੇ ਦਰ ਤੋਂ ਗੂੜਾ ਜਿਹਾ ਹੁੰਦਾ ਹੈ। ਚਾਹੇ ਲੋਕ ਹੈ ਚਾਹੇ ਪਰਲੋਕ ਹੈ, ਸਾਧੂ ਸਤਪੁਰਸ਼ ਮਹਾਪੁਰਸ਼ ਦੇ ਨਿੰਦਕ ਦਾ ਮੂੰਹ ਕਾਲਾ ਕਰਦੇ ਨੇ ਮਹਾਰਾਜ। ਵਡਿਆਈ ਖੁੱਸ ਜਾਂਦੀ ਹੈ ਨਿੰਦਕਾਂ ਕੋਲੋਂ, ਸੁੱਖ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਨੇ, ਰੋਗ ਸੋਗ ਨਾਲ ਜਕੜਿਆ ਜਾਂਦਾ ਹੈ ਸੰਤ ਕਾ ਨਿੰਦਕ। ਖੈਰ ਉਹ ਜਿਹੜੇ ਮਹਾਪੁਰਸ਼ ਹੋਏ ਨੇ ਨਾ, ਮੈਂ ਥੋੜਾ ਜਿਹਾ ਜ਼ਿਕਰ ਕਰ ਦਵਾਂ ਇਹ ਖੇਡ ਕਿਵੇਂ ਚੱਲਦੀ ਹੈ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਗੁਰੂ ਨਾਨਕ ਸਾਹਿਬ 4 ਉਦਾਸੀਆਂ ਤੋਂ ਮੁੜਦੇ ਨੇ, ਕਰਤਾਰਪੁਰ ਆਏ ਲੁਕਾਈ ਦੇ ਭਲੇ ਹਿੱਤ। ਕਾਦੇ ਲਈ ਘਰੋਂ ਗਏ? ਰੌਣਕ ਮੇਲਾ ਵੇਖਣ ਨਹੀਂ ਗਏ। ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਟ ਭਾਗੀ ਪਾਇਆ, ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ। ਤੇ ਕਲਯੁਗ ਵਿੱਚ ਜਿਹੜੇ ਬਹੁਤੇ ਭੁੱਲੇ ਲੋਕ ਸੀ ਨਾ, ਉਹ ਜਿਆਦੇ ਮਸਜਿਦਾਂ ਵਿੱਚ ਜਾਂ ਮੰਦਰਾਂ ਵਿੱਚ ਸੀ। ਮਾਇਆ ਦੇ ਨਸ਼ੇ ਵਿੱਚ ਸਿਧਾਂਤ ਛੱਡ ਚੁੱਕੇ ਸੀ ਆਪੋ ਆਪਣੇ ਧਰਮਾਂ ਦਾ। ਗੁਰੂ ਨਾਨਕ ਨੇ ਜੇ ਕੋਈ ਕਾਰੀ ਮਿਲਿਆ ਤੇ ਖੁਦਾਇਆ ਨਾ ਜੋੜਿਆ, ਜੇ ਕੋਈ ਪੰਡਿਤ ਮਿਲਿਆ ਨਿਰੰਕਾਰ ਨਾਲ ਜੋੜ ਦਿੱਤਾ, ਸਿਧਾਂਤ ਤੇ ਚਲਾਇਆ, ਸਿੱਧੇ ਰਸਤੇ ਪਾਇਆ ਉਹਨਾਂ ਨੂੰ, ਚੰਗੀ ਸਿੱਖਿਆ ਦੇ ਕੇ ਸੁਧਾਰ ਕੀਤਾ ਉਹਨਾਂ ਦਾ। ਘਰ ਆਏ ਨੇ, ਉਹ ਸਾਦਗੀ ਵਾਲਾ ਲਿਬਾਸ ਲਾ ਦਿੱਤਾ। ਹੁਣ ਸੰਗਤ ਨੂੰ ਇੱਥੇ ਬੈਠ ਕੇ ਦਰਸ਼ਨ ਦੇਣੇ ਸਨ ਕਰਤਾਰਪੁਰ। ਉਹ ਜਿਹੜਾ ਲਿਬਾਸ ਸੀ ਨਾ, ਬਾਬਾ ਸ਼੍ਰੀ ਚੰਦ ਜੀ ਕਹਿੰਦੇ ਪਿਤਾ ਜੀ ਸਾਡੀ ਝੋਲੀ ਪਾ ਦਿਓ ਤੇ ਸਾਨੂੰ ਸੇਵਾ ਦੇ ਦਿਓ, ਤੁਹਾਡੀ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਹੁਣ ਅਸੀਂ ਚਾਲੇ ਮਾਰੀਏ। ਗੁਰੂ ਨਾਨਕ ਸਾਹਿਬ ਖੇੜੇ ਵਿੱਚ ਆਏ, ਗਲ ਨਾ ਲਾ ਕੇ ਤੋਰਿਆ ਹੈ ਬਾਬੇ ਸ਼੍ਰੀ ਚੰਦ ਨੂੰ, ਤੇ ਬਾਣੀ ਕਹਿੰਦੀ ਐ ਸਤਿਗੁਰ ਸੇਵੈ ਸੋ ਜਨ ਸੋ ਹੈ। ਜਿਹੜਾ ਗੁਰੂ ਦੇ ਦਰ ਦੀ ਸੇਵਾ ਕਰਦਾ ਹੈ ਉਹਦੀ ਤਿੰਨਾਂ ਲੋਕਾਂ ਵਿੱਚ ਸੋਭਾ ਹੈ, ਤੇ ਜਿਹੜਾ ਗੁਰੂ ਨਾਨਕ ਦੇ ਪਿਆਰਿਆਂ ਦੀ ਨਿੰਦਾ ਕਰਦਾ ਹੈ ਉਹਦਾ ਤਿੰਨਾਂ ਲੋਕਾਂ ਵਿੱਚ ਹੀ ਮੂੰਹ ਕਾਲਾ ਹੈ। ਇਹ ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਉਹਨਾਂ ਨੂੰ ਸਰੋਪੇ ਮਿਲਦੇ ਨੇ, ਕਹਿੰਦੇ ਨਹੀਂ ਮੂੰਹ ਕਾਲੇ 3 ਨਿੰਦਕਾਂ ਨਰਕੇ ਘੋਰ, ਪਵਨ ਡਾਂਗ ਰੀਝਣਾ ਫਿਰਦੀ ਹੈ ਨਰਕਾਂ ਵਿੱਚ, ਮੂੰਹ ਕਾਲਾ ਕੀਤਾ ਜਾਂਦਾ ਹੈ। ਤੇ ਜਿਹਦਾ ਹੋਣਾ ਹੈ ਉਹਨੂੰ ਚੰਗੀ ਤਰ੍ਹਾਂ ਪਤਾ ਹੈ। ਜਿਹੜਾ ਬਕੜਵਾ ਕਰਦਾ ਹੈ ਨਾ ਸਾਧੂਆਂ ਸੰਤਾਂ ਬਾਰੇ, ਸਿੱਖ ਜਗਤ ਬਾਰੇ, ਗੁਰੂ ਕੇ ਇਤਿਹਾਸ ਬਾਰੇ, ਕਈਆਂ ਦਾ ਤੇ ਹੋ ਚੁੱਕਿਆ ਹੈ, ਕਈਆਂ ਦਾ ਹੋਣ ਵਾਲਾ ਹੈ। ਮੈਂ ਵੇਖੇ ਨੇ ਜਿਨ੍ਹਾਂ ਦੀ ਇੱਕ ਆਵਾਜ਼ ਤੇ ਲੱਖਾਂ ਦਾ ਇਕੱਠ ਹੁੰਦਾ ਸੀ, ਜਿਸ ਦਿਨ ਉਹ ਸਿਧਾਂਤ ਤੇ ਚੱਲਦੇ ਸੀ ਗੁਰਸਿੱਖੀ ਦੇ। ਜਿੱਦਣ ਦਾਵਾ ਕਰ ਲਿਆ ਵੀ ਮੈਂ ਗੁਰੂ ਨਾਨਕ ਨਾਲੋਂ ਵੱਡਾ ਪ੍ਰਚਾਰਕ, ਗੁਰੂ ਨਾਨਕ ਮੇਥੋਂ ਨੀਵਾਂ, ਮੇਰੇ ਸਿਰ ਤੇ ਸਿੱਖੀ ਖਲੋਤੀ ਹੈ,
गुरु नानक नालों माड़ा जिहा किनारा की कीता, गुरु नानक ने ऐसा पड़दा कीता, लखां सुनदे सन, अज कखां तो हौले हो गए प्रचारक। ये गुरु नानक दे घर नाल मत्था लाउण वाला नहीं रह सकदा, ते तूं गुरु नानक दे लखते जिगर नाल मत्था लावें। मैनू बाबा श्री चंद दे जीवन चों एक साखी लिया के विखा दो जिथे गुरु नानक दी सिੱਖੀ तो लहदा उन्हां किसे गैर दा प्रचार कीता होवे, उन्हां दी पाक कलम चों किसे गैर दी वडियाई निकली होवे, क्योंकि गुरु नानक नालों वड्डा उन्हां नूं दिखिया ही कोई नहीं है। मैं गुरु नानक दी फुलवाड़ी दा संप्रदावां दा अदब करदा है, तो मैं उदासीन महापुरुषां नूं बेनती भी करदा हुन्ना है, ठीक है तुसीं सुलह कोलो सब दा अदब करदे हो, पर तुहाडे मुख मुरशद गुरु नानक साहब बाबा श्री चंद ही ने, ते बाबा श्री चंद गुरु नानक नूं रहबर मानदे ने, खुद खुदा मानदे ने, उहदे नालों वड्डा किसे नूं नहीं मानदे। ते ज़्यादा झुका आपां गुरु नानक वाल ही रखना है, बाकी सारिਆਂ ਦਾ अदब करो जिद्दां करदे हो, पर जे कोई सनातन मत वाला हक जतावे ना भी ये उदासीन संप्रदाय साडी है, नहीं, ये सारे जगत का भला करन लई गुरु नानक साहब के हुक्म विच प्रफुल्लित होई मुरशद गुरु नानक ही रहणगे, क्योंकि उन्हां दे हुक्म विच ये पाक संप्रदाय का आगाज़ होया सी। कई बड़ी खिच धू करते हैं जी बाबा श्री चंद इधर नूं तुर पैण, किते नहीं तुरे जीवन काल विचों, नकली लिखतां लख खड़ियां कर दवे कोई। गुरु नानक तो लहदा उन्हां दी कलम वडियाई किसे दी गा ही नहीं सकी, क्योंकि गुरु नानक नालों वड्डा उन्हां नूं कोई नज़री आया ही नहीं है। बाबा श्री चंद जी महाराज जेड़े सतगुरु नूं सेवदे ने, सो जन सो है, उन्हां दी दुनिया विच वडियाई हुंदी है। दोज हू सर्व द ट्रू गुरु दे आर ब्यूटीफुल, उन्हां दी बल्ले बल्ले वो सोहणे ने, वो बड़े सुंदर ने। अमृत नाम अंतर मन मोह है, उन्हां दे अंदर गुरु नानक दा, खुदा दा, अकाल पुरख दा नाम है, सब नूं मोहण वाले ने। उन्हां दे दर ते मोही होई संगत दौड़ी आउंदी है, उन्हां दे दर ते रौनकां रहिंदियां ने। कलम लई चुक बाबा श्री चंद ने। हुण पुछो बाबा जी तुसीं आप भगवान हो, गुरु नानक साहिब दे लखते जिगर हो, छेयां गुणां दे सहत हो तुसीं, अजमतां दे सहत हो तुसीं, गुरु अंगद साहब महाराज दे सिख जगत दे रहबर गुरु नानक साहब ने तुहाडे लई लोग कहिंदे ने ये बापू दे हुक्म विच नहीं चले, मुरशद गुरु नानक नूं नहीं धारिया, इन्हां किनारा कर लिया सिੱਖੀ तो। ते तुसीं आप ही चानना पा दिओ, इन्हां मूर्खां नूं समझा सकीए जिहड़े तुहाडे ते कटाश करदे ने। कहंदे लो फिर कहंदे दुनिया विच जिन्ने महापुरुष ने ना देवी देवते, उन्हां दी आरती हुंदी है, आरती। ते मेरे बापू दी हस्ती एडी बुलंद है, उहदी आरती नहीं, उहदा आरता हुंदा है। कलम चुकी महाराज बाबा श्री चंद जी ने, ते ओदी पाक कलम दे बोल सन। कहंदे समाधि विच बैठे ने, सरगुण नूं याद करदे करदे निर्गुण दे हजूर पहुंच गए। की वेंदे ने, सचखंड विच गुरु नानक तख्तां ताजां दे उपर शोभायमान है, सब रहबर कदम बोसी कर रहे ने, सब देवते कदम बोसी कर रहे ने, कदम चुम रहे ने ओदे। ते जदों समाधि चो वापस परते, पाक कलम ने ये अल्फाज लिखे गलूए मुबारक तो बोल उठे। कहंदे आरता कीजै नानक शाहा पातशाहा का। फारसी दे बोल ने, शाह ते पातशाह, पात तख्त, शाह जो मालक है। कहंदे अगर आरता करना है, आरता कीजै नानक शाह पातशाह का, हर हर दीन दुनिया के शाहेन शाह का। शाहेन शाहा होणगे बड़े शाह, होणगे बड़े महापुरुष, होणगे बड़े देवते, होणगे बड़े रहबर, सारियां शाहां दा पातशाह मेरी नज़र च गुरु नानक है, दूजा कोई होर नहीं है। ते हजे भी तुहानूं समझ ना लगी भी जेड़ी वडियाई बाबा श्री चंद बापू गुरु नानक देव दी कर गए, होर किसे पासों एडी बुलंद वडियाई नहीं हो सकी। ते जे उन्हां दे जहन विच रंचक मात्र भी डाउट हुंदा भी गुरु नानक साहब नूं मुरशद नहीं धारना, मेरा रस्ता होर है,
मैं गुरु नानक दी गुरसिੱਖੀ ਨੂੰ नहीं ਧਾਰਨਾ ਤੇ ਉਹਨਾਂ ਦੀ ਕਲਮ ਚੋਂ ਵਡਿਆਈ ਉਸ ਰਹਿਬਰ ਦੀ ਨਿਕਲਦੀ ਜਿਹਦੇ ਉਹ ਪੈਰੋਕਾਰ ਹੁੰਦੇ। ਉਹ ਪੈਰੋਕਾਰ ਗੁਰੂ ਨਾਨਕ ਦੇ ਸੀ ਤੇ ਵਡਿਆਈ ਵੀ ਗੁਰੂ ਨਾਨਕ ਦੀ ਗਾਉਂਦੇ ਰਹੇ ਹੋ। ਉਹਨਾਂ ਗਾਈ ਕੋਈ ਨਹੀਂ ਹੈ। ਸੋ ਇਹ ਵਜੂਦ ਹੈ ਉਦਾਸੀਨ ਸੰਪਰਦਾਇ ਦਾ, ਗੁਰੂ ਨਾਨਕ ਦੀ ਵਡਿਆਈ। ਔਰ ਅੱਜ ਵੀ ਕਰ ਰਹੇ ਨੇ ਜਿਤਨੇ ਵੀ ਸਮਾਗਮ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਦਾ ਅਦਬ ਹੈ, ਉਹਨਾਂ ਦੀਆਂ ਵੀ ਪੋਥੀਆਂ ਨੇ ਬਾਣੀ ਦੀਆਂ, ਆਪਾਂ ਅਦਬ ਕਰਦੇ ਹਾਂ। ਭਾਈ ਗੁਰਦਾਸ ਜੀ ਦੇ ਬੋਲਾਂ ਦਾ ਕਰਦੇ ਹਾਂ, ਭਾਈ ਨੰਦ ਲਾਲ ਜੀ ਦੀ ਬਾਣੀ ਦਾ ਕਰਦੇ ਹਾਂ। ਜਿੱਥੇ ਗੁਰੂ ਪਾਤਸ਼ਾਹ ਦੀ ਵਡਿਆਈ ਹੈ, ਅਕਾਲ ਪੁਰਖ ਦੀ ਵਡਿਆਈ ਹੈ, ਆਪਾਂ ਹਰ ਉਸ ਬੋਲ ਦਾ ਅਦਬ ਕਰਦੇ ਹਾਂ, ਚਾਹੇ ਪੋਥੀ ਤੇ ਹੈ ਤੇ ਭਾਵੇਂ ਕਿਸੇ ਨੇ ਕੰਧ ਤੇ ਹੀ ਲਿਖਿਆ ਹੋਵੇ। ਅਦਬ ਰਵੇਗਾ ਜਿੱਥੇ ਖੁਦਾ ਦੀ ਵਡਿਆਈ ਹੈ। ਚਾਹੇ ਗੁਰੂ ਗ੍ਰੰਥ ਸਾਹਿਬ ਦਾ ਮਰਾਤਬਾ ਸਭ ਤੋਂ ਉੱਚਾ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰਨਾ ਕੋਏ। ਪਰ ਗੁਰੂ ਪਾਤਸ਼ਾਹ ਸਭ ਸੰਗੀ ਸਾਥੀਆਂ ਨੂੰ, ਭਾਈ ਨੰਦ ਲਾਲ ਦੀ ਬਾਣੀ ਨੂੰ, ਭਾਈ ਗੁਰਦਾਸ ਕੀ ਬਾਣੀ ਨੂੰ, ਸਿੱਖ ਜਗਤ ਦੇ ਇਤਿਹਾਸ ਨੂੰ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਬੋਲਾਂ ਨੂੰ ਨਾਲ ਰੱਖਦੇ ਨੇ, ਪਾਸ ਰੱਖਦੇ ਨੇ। ਕਿਉਂਕਿ 6 ਪਾਤਸ਼ਾਹੀਆਂ ਤੱਕ, ਗੁਰੂ ਨਾਨਕ ਤੋਂ ਗੁਰੂ ਹਰਗੋਬਿੰਦ ਸਾਹਿਬ ਤੱਕ, ਬਾਬਾ ਸ਼੍ਰੀ ਚੰਦ ਜੀ ਨੂੰ ਗਲਵਕੜੀ ਵਿੱਚ ਹੀ ਗੁਰੂ ਪਾਤਸ਼ਾਹੀਆਂ ਨੇ ਰੱਖਿਆ ਹੈ। ਇਤਿਹਾਸ ਪੜ੍ਹਿਆ ਕਰੋ। ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ, ਸਭ ਪਾਤਸ਼ਾਹੀਆਂ ਬਾਬਾ ਸ਼੍ਰੀ ਚੰਦ ਜੀ ਦਾ ਅਦਬ ਕਰਦੇ ਰਹੇ ਨੇ। ਗੁਰੂ ਨਾਨਕ ਸਾਹਿਬ ਦੇ ਲਖਤੇ ਜਿਗਰ ਹੋਣ ਦੇ ਕਾਰਨ ਔਰ ਮਹਾਂਪੁਰਸ਼ ਅਜ਼ਮਤੀ ਮਹਾਨ ਜਨ ਹੋਣ ਦੇ ਕਾਰਨ ਉਹਨਾਂ ਦੇ ਮਹਾਨ ਮਰਾਤਬੇ ਨੂੰ ਸਦਾ ਹੀ ਉਹ ਸਤਿਕਾਰ ਵਜੋਂ ਨਮਸਕਾਰ ਕਰਦੇ ਰਹੇ ਨੇ। ਖੈਰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਐਸਿਆਂ ਜਨਾਂ, ਐਸਿਆਂ ਮਹਾਂਪੁਰਸ਼ਾਂ ਦੀ ਇੰਨੀ ਵਡਿਆਈ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ਣ ਵਾਲੇ ਖੁਦ ਖੁਦਾ, ਲੋਕ ਪਰਲੋਕ ਦੇ ਵਾਲੀ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਆਪਣੇ ਗਲੂਏ ਮੁਬਾਰਕ ਤੋਂ, ਦਸਮ ਬਾਣੀ ਚੋਂ ਐਸੇ ਮਹਾਂਪੁਰਸ਼ਾਂ ਲਈ ਕਹਿੰਦੇ ਨੇ ਜਿਵੇਂ ਸਾਗਰ ਤੇ ਬੂੰਦਾਂ ਇੱਕ ਮਿਕ ਨੇ ਨਾ, ਇਉਂ ਖੁਦਾ ਪਰਮ ਈਸ਼ਵਰ ਤੇ ਉਹਦੇ ਪਿਆਰੇ ਇੱਕ ਮਿਕ ਨੇ। ਕੋਈ ਵੀ ਮਹਾਂਪੁਰਸ਼ ਹੋਵੇ, ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਚੱਲ ਪਓ, ਬਾਬਾ ਆਨੰਦ ਸਿੰਘ, ਬਾਬਾ ਈਸਰ ਸਿੰਘ, ਬਾਬਾ ਜਰਨੈਲ ਸਿੰਘ, ਬਾਬਾ ਗੁਰਬਚਨ ਸਿੰਘ, ਜਿਤਨੇ ਵੀ ਸਤਪੁਰਸ਼ ਨੇ, ਬਾਬਾ ਚਰਨਦਾਸ ਜੀ, ਜਿਤਨੇ ਵੀ ਮਹਾਂਪੁਰਸ਼ ਹੋਣਗੇ, ਗੁਰੂ ਨਾਨਕ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਵਾਲੇ, ਗੁਰੂ ਨਾਨਕ ਦੀ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲੇ, ਐਸਿਆਂ ਮਹਾਂਪੁਰਸ਼ਾਂ ਲਈ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ, ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਵੇਂ ਰੰਚਕ ਮਾਤਰ ਸਮੇਂ ਲਈ ਬੁਲਬੁਲਾ ਛੱਲਾਂ ਸਾਗਰ ਤੋਂ ਵੱਖ ਹੁੰਦੀਆਂ ਨੇ, ਫਿਰ ਸਾਗਰ ਵਿੱਚ ਅਭੇਦ ਹੁੰਦੀਆਂ ਨੇ, ਇਦਾਂ ਹੀ ਰੱਬ ਦੇ ਪਿਆਰੇ ਪਰਉਪਕਾਰ ਲਈ ਦੁਨੀਆ ਤੇ ਪਿਆਸ ਬੁਝਾਉਣ ਲੋਕਾਈ ਦੀ ਆਉਂਦੇ ਨੇ। ਸ਼ੁਭ ਗੁਣਾਂ ਦੇ ਸਹਿਤ ਕਰਕੇ ਵਿਕਾਰਾਂ ਨੂੰ ਮਿਟਾ ਕੇ ਜਿਵੇਂ ਬੂੰਦ ਸਾਗਰ ਵਿੱਚ ਰਲ ਗਈ, ਐਸੇ ਸਾਧੂ ਖੁਦਾਇਆ ਵਿੱਚ ਅਭੇਦ ਹੋ ਜਾਂਦੇ ਨੇ। ਇਹ ਕਲਗੀਧਰ ਬਾਪੂ ਦੇ ਬੋਲ ਨੇ। ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰਦਾ ਹੈ ਉਹਨੂੰ ਸਜਦਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਇਹ ਬਾਣੀ ਦੇ ਬੋਲ ਨੇ। ਕਹਿੰਦੇ ਧੂੜੀ ਲੋਚਿਆ ਕਰ ਜੇ ਕੋਈ ਗੁਰੂ ਦਾ ਨਾਮ ਜਪਦਾ ਤੇ ਜਪਾਉਂਦਾ ਹੈ। ਹੁਣ ਇੱਕ ਸ਼੍ਰੇਣੀ ਉਹ ਹੈ ਵੀ ਸ਼ਾਇਦ ਉਹ ਚਾਹ ਪੀਣੀ ਤੇ ਸਵੇਰੇ ਭੁੱਲ ਜਾਣ, ਹੋ ਸਕਦਾ ਹੈ ਬ੍ਰੇਕਫਾਸਟ ਉਹ ਛੱਡ ਦੇਣ, ਪਰ ਉਹਨਾਂ ਦਾ ਦਿਨ ਸਫਲਾ ਨਹੀਂ ਹੁੰਦਾ ਜਿੰਨਾ ਚਿਰ ਉਹ ਬਾਬਾ ਸ਼੍ਰੀ ਚੰਦ ਸਾਧੂਆਂ ਸੰਤਾਂ, ਗੁਰੂ ਨਾਨਕ ਦੇ ਇਤਿਹਾਸ, ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦੇ ਸਿਧਾਂਤ, ਸਿੱਖ ਜਗਤ ਦੇ ਪਾਕ ਇਤਿਹਾਸ ਨੂੰ, ਮਹਾਂਪੁਰਸ਼ਾਂ ਨੂੰ ਨਿੰਦ ਨਾ ਲੈਣ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ, ਇਹ ਭਾਵਨਾ ਵਾਲੇ ਜਿਹੜੇ ਲੋਕ ਨੇ ਉਹ ਮਨ ਕਰਕੇ ਬੜਾ ਦੁਖੀ ਹੁੰਦੇ ਨੇ ਵੀ ਸਾਧੂਆਂ ਦੀ ਹਸਤੀ ਨੂੰ ਇਹ ਨਿੰਦਕ ਲੋਕ ਬੜਾ ਨਿੰਦਦੇ ਨੇ। ਮਹਾਰਾਜ ਕਹਿੰਦੇ ਮੇਰੇ ਤੇ ਛੱਡ ਦੇ, ਇਹ ਤੇਰੇ ਵੱਸੋਂ ਬਾਹਰ ਹੈ ਗੱਲ। ਇਹਨਾਂ ਦਾ ਹਾਲ ਮੈਂ ਉਹ ਕਰਾਂਗਾ, ਅਰੜਾਵੈ ਬਿਲਾਵੈ ਨਿੰਦਕ। ਮਹਾਰਾਜ ਕੀ ਹਾਲ ਕਰੋਗੇ ਇਹਨਾਂ ਦਾ? ਕਹਿੰਦੇ ਇਹ ਜਿਹੜੇ ਲੋਕ ਨੇ ਨਾ, ਜਿਹੜੇ ਉੱਚਾ ਬੋਲਦੇ ਨੇ, ਬਿਲਾਉਂਦੇ ਨੇ, ਵਿਕਾਰਾਂ ਦੇ ਵਿੱਚ ਪਏ ਹੋਏ ਐਸੇ ਜਿਹੜੇ ਲੋਕ ਨੇ, ਸਮਾਂ ਯਾਦ ਕਰੇਗਾ, ਰੁਦਨ ਕਰਨ ਲਾ ਦੇਵਾਂਗਾ ਇਹਨਾਂ ਨੂੰ, ਬਿਲਾਉਣ ਲਾ ਦੇਵਾਂਗਾ ਇਹਨਾਂ ਨੂੰ।
ਤੜਪਣ ਲਾ ਦੇਵਾਂਗਾ ਇਹਨਾਂ ਨੂੰ। ਕਿੰਨੇ ਕੁ ਨੇ ਐਸੇ ਕਹਿੰਦੇ ਅਸੰਖ ਨਿੰਦਕ ਸਿਰ ਕਰ ਹੈ ਭਾਰ, ਗਿਣਤੀ ਨਹੀਂ ਹੋ ਸਕਦੀ, ਬਥੇਰੇ ਨੇ ਇੱਥੇ। ਜਿੱਥੇ ਮਹਾਪੁਰਸ਼ ਬਹੁਤਾਤ ਵਿੱਚ ਨੇ ਉੱਥੇ ਨਿੰਦਕ ਵੀ ਬੜੇ ਨੇ। ਮਹਾਰਾਜ ਕੀ ਇਹਨਾਂ ਨਿੰਦਕਾਂ ਕਰਕੇ ਸੰਤ ਦੀ ਵਡਿਆਈ ਉਪਮਾ ਮਰਾਤਬਾ ਘਟ ਸਕਦਾ ਹੈ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਾ ਪਰਸ਼ੀਅਨ ਵਿੱਚ ਇੱਕ ਬੋਲ ਕਿਹਾ ਕਲਮ ਲੈ ਕੇ, ਚੂ ਹਕ ਯਾਰ ਬਾਸ਼ਦ ਚੇ ਦੁਸ਼ਮਨ ਕੂ ਨਦ, ਅਗਰ ਦੁਸ਼ਮਨੀ ਰਾ ਬਾਸ਼ਦ ਤਨ ਕੂ ਨਦ। ਕਹਿੰਦੇ ਜਿਹੜੇ ਮੇਰੇ ਪਿਆਰੇ ਨੇ ਨਾ, ਅਗਰ ਇਹਨਾਂ ਦੇ ਨਾਲ ਇੱਕ ਨਹੀਂ ਲੱਖਾਂ ਲੋਕ ਵੀ ਦੁਸ਼ਮਣੀ ਕਮਾ ਲੈਣ, ਇਹਨਾਂ ਨੂੰ ਬੁਰਾ ਭਲਾ ਕਹਿਣ, 100 ਗੁਣਾ ਦੁਸ਼ਮਣ ਇਹਨਾਂ ਦਾ ਨੁਕਸਾਨ ਕਰਨਾ ਚਾਹੇ, ਇਹਨਾਂ ਦਾ ਮੈਂ ਦੋਸਤ ਹਾਂ, ਰੱਬ ਇਹਨਾਂ ਦਾ ਦੋਸਤ ਹੈ। ਦੁਸ਼ਮਣੀ ਕਰਨ ਵਾਲਾ ਗਨੀਮ ਗਾਲ ਕੇ ਸੁੱਟ ਦਵਾਂਗਾ ਤੇ ਇਹਨਾਂ ਦਾ ਪੱਖ ਲੈਣ ਵਾਲਾ ਗਰੀਬੜਾ ਉਭਾਰ ਦਵਾਂਗਾ। ਲੱਖਾਂ ਦੁਸ਼ਮਣ ਇਹਨਾਂ ਦੇ ਬਣ ਜਾਣ, ਇਹਨਾਂ ਦੀ ਵਡਿਆਈ ਵਿੱਚ ਰੰਚਕ ਮਾਤਰ ਫਰਕ ਨਹੀਂ ਆਉਣ ਦਵਾਂਗਾ ਮੈਂ। ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ। ਜਫਰਨਾਮਾ ਕਦੇ ਪੜ੍ਹ ਕੇ ਵੇਖਿਓ। ਦੀਨ ਦੁਨੀਆ ਦੇ ਮਾਲਕ ਨੇ ਸਾਧੂਆਂ ਸਤਪੁਰਸ਼ਾਂ ਦੀ, ਆਪਣੇ ਦਾਸਾਂ ਦੀ ਬੜੀ ਵਡਿਆਈ ਕੀਤੀ ਹੈ। ਦੂਜੇ ਬੰਨੇ ਬਾਣੀ ਕਹਿੰਦੀ, ਜਿਉ ਜਿਉ ਨਿੰਦਕ ਨਿੰਦ ਕਰ ਹੈ, ਤਿਉ ਤਿਉ ਨਿਤ ਨਿਤ ਚੜ੍ਹੈ ਸਵਾਈ। ਜਨ ਨਾਨਕ ਹਰ ਆਰਾਧਿਆ, ਤਿਨ ਪੈਰੀ ਆਣ ਸਭ ਪਾਈ। ਜਿੰਨੀ ਨਿੰਦਾ ਕੋਈ ਕਰੇਗਾ ਸਾਧੂਆਂ ਦੀ ਓਨੀ ਵਡਿਆਈ, ਔਰ ਲੋਕਾਈ ਐਸੇ ਸਾਧੂਆਂ ਦੇ ਚਰਨਾਂ ਤੇ ਝੁਕਦੀ ਹੀ ਰਹੇਗੀ। ਹੁਣ ਮਹਾਪੁਰਸ਼ਾਂ ਦੀ ਯਾਦ 'ਚ ਤੁਸੀਂ ਬੈਠੇ ਹੋ, ਬਾਬਾ ਚਰਨਦਾਸ ਜੀ, ਤੁਸੀਂ ਇਹ ਵੇਖੋ ਹਰ ਸਾਲ ਤੁਸੀਂ ਗੁਰਮਤਿ ਸਮਾਗਮ ਕਰਵਾਉਂਦੇ ਹੋ, ਬਾਬਾ ਹਰਚਰਨ ਸਿੰਘ ਹੁਣਾਂ ਨੂੰ ਯਾਦ ਕਰਦੇ ਹੋ ਨਾ। ਅੱਛਾ, ਵਡਿਆਈ ਕਰਦੇ ਹੋ। ਮੈਂ ਤਕਰੀਬਨ 3 ਸਾਲ ਤੋਂ ਇੱਥੇ ਆ ਰਿਹਾ ਔਰ ਦੇਖ ਰਿਹਾ ਵੀ ਹਰ ਸਾਲ ਸੰਗਤ ਵੱਧਦੀ ਹੈ। ਇਹ ਵਡਿਆਈ ਸਵਾਈ ਹੁੰਦੀ ਜਾ ਰਹੀ ਹੈ। ਇੱਕ ਤੇ ਚੌਥਾ ਹਿੱਸਾ ਹੋਰ ਸਵਾ, ਇਹ ਘਟਦੀ ਨਹੀਂ ਹੈ। ਔਰ ਅਗਲੇ ਸਾਲ ਆਓਗੇ ਤੇ ਵਡਿਆਈ ਹੋਰ ਵਧੇਗੀ। ਇੱਕੋ ਲਫ਼ਜ਼ ਕਹਿ ਕੇ ਫਤਿਹ ਬੁਲਾ ਦੇਵਾਂ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਲੱਖ। ਕੋਈ ਤਰਕ ਕੁਤਰਕ ਸਾਧਦਾ ਰਵੇ। ਜਿਹੜੇ ਮੇਰੇ ਬਾਪੂ ਗੁਰੂ ਨਾਨਕ ਅੱਗੇ ਸਜਦਾ ਕਰਦੇ ਨੇ, ਕਦਮ ਬੋਸੀ ਕਰਦੇ ਨੇ, ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਤਤਪਰ ਰਹਿੰਦੇ ਨੇ, ਉਹਨਾਂ ਦੀ ਵਡਿਆਈ ਹੁੰਦੀ ਹੀ ਰਹੇਗੀ, ਉਹਨਾਂ ਦੀ ਪੂਜਾ ਹੁੰਦੀ ਹੀ ਰਹਿਣੀ ਹੈ। ਲੱਖ ਕੋਈ ਇੱਥੇ ਯਤਨ ਕਰੇ ਵੀ ਉਹਨਾਂ ਦਾ ਨਾਮਕਰਨ ਦੁਨੀਆ ਤੋਂ ਮਿਟ ਜਾਵੇ, ਇਹ ਨਹੀਂ ਹੋਵੇਗਾ। ਐਸਾ ਸਿੱਖ ਜਗਤ ਦੀ ਮਹਾਨ ਫੁਲਵਾੜੀ ਦਾ, ਉਦਾਸੀਨ ਸੰਪਰਦਾਇ ਦਾ, ਟਹਿਕਦਾ ਮਹਿਕਦਾ ਫੁੱਲ ਬਾਬਾ ਹਰਚਰਨ ਦਾਸ ਜੀ ਸਨ, ਜਿਨ੍ਹਾਂ ਨੂੰ ਯਾਦ ਕਰਦਿਆਂ ਆਪ ਸੰਗਤਾਂ ਇੱਥੇ ਪਹੁੰਚੇ ਹੋ। ਬੇਅੰਤ ਮਹਾਨ ਸਿੱਖ ਜਗਤ ਦੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸੰਤ ਬਾਬਾ ਪਰਮਾਨੰਦ ਜੀ ਉਹ ਵੀ ਇੱਥੇ ਸੁਭਾਏਮਾਨ ਨੇ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਅਕਾਲ ਤਖਤ ਸਾਹਿਬ ਤੇ ਸੇਵਾ ਕਰਨ ਵਾਲੇ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਮੁਹੱਦੀ ਸਾਹਿਬ ਵੀ ਇੱਥੇ ਆਏ ਨੇ। ਹੋਰ ਵੀ ਬੇਅੰਤ ਸਤਿਪੁਰਸ਼ ਪ੍ਰਚਾਰਕ ਇੱਥੇ ਹਾਜ਼ਰੀਨ ਨੇ। ਦਾਸ ਸਭਨਾਂ ਦਾ ਧੰਨਵਾਦ ਕਰਦਾ ਹੈ। ਮਹਾਪੁਰਸ਼ਾਂ ਦਾ ਇਹ ਬਚਨ ਸੀ ਆਪ ਸੰਗਤ ਦੇ ਦਿਦਾਰੇ ਕਰਨ ਦਾ। ਔਰ ਦਾਸ ਨੇ ਇੱਥੋਂ ਦੇਹਰਾਦੂਨ ਪਹੁੰਚਣਾ ਹੈ ਕੋਈ 7:30-8 ਵਜੇ। ਉੱਤਰਾਖੰਡ ਦੇ ਵਿੱਚ ਸਮਾਗਮ ਨੇ। ਮਹੰਤ ਮਹਾਤਮਾ ਮੁਨੀ ਜੀ ਜਿਹੜੇ ਇਹ ਮਹਾਨ ਉਪਰਾਲਾ ਕਰਦੇ ਨੇ, ਔਰ ਆਪ ਸੰਗਤਾਂ ਦਾ ਇਹਨਾਂ ਦੇ ਨਾਲ ਅਥਾਹ ਪ੍ਰੇਮ ਹੈ, ਜੋ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋ, ਸਮਾਗਮਾਂ ਵਿੱਚ ਹਾਜ਼ਰੀਨ ਹੁੰਦੇ ਹੋ। ਉਹਨਾਂ ਸਤਿਪੁਰਸ਼ਾਂ ਦਾ ਵੀ ਧੰਨਵਾਦ ਹੈ। ਔਰ ਸਮੂਹ ਸੰਪਰਦਾਵਾਂ ਦੇ ਮਹਾਪੁਰਸ਼ਾਂ ਦਾ ਧੰਨਵਾਦ। ਆਪ ਰੱਬ ਵਰਗੀਆਂ ਸੰਗਤਾਂ ਨੂੰ ਪ੍ਰਣਾਮ। ਖੁਦ ਖੁਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। 1 ਤੋਂ 4 ਅਗਸਤ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਵਡਿਆਈ ਗੁਰਦੁਆਰਾ ਬੰਗਲਾ ਸਾਹਿਬ ਤੋਂ ਦਾਸ ਕਰੇਗਾ। ਚੜ੍ਹਦੀ ਕਲਾ ਟਾਈਮ ਟੀਵੀ ਤੇ ਆਪ ਸੰਗਤ ਨੇ ਸਰਵਣ ਕਰਨਾ। ਔਰ 6-7 ਅਗਸਤ ਨੂੰ ਗੁਰਦੁਆਰਾ ਸੀਸਗੰਜ ਸਾਹਿਬ PTC ਸਿਮਰਨ ਤੇ ਕਥਾ ਲਾਈਵ ਹੋਵੇਗੀ। ਆਪ ਸੰਗਤਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।